ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵੰ, ਹਿਰਦੈ ਧਿਆਵੰ। ਸ਼੍ਰੀ ਗੁਰ ਰਾਮਦਾਸ ਗੁਣ ਗਾਵੰ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਫੇ ਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਕ ਰਸ ਬ੍ਰਿਤੀ ਅਖੰਡ ਰਹੇ, ਬ੍ਰਹਮ ਗਿਆਨ ਕੇ ਮਾਹੇ। ਆਏ ਕਦਾਚਿਤ ਜਗਤ ਦੇਸ਼, ਰਹਿਤ ਦਾਸ ਬਹੁ ਪਾਹੇ। ਇਕ ਰਸ ਬ੍ਰਿਤੀ ਅਖੰਡ ਰਹਿ, ਬ੍ਰਹਮ ਗਿਆਨ ਕੇ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾ ਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਟ ਕੇ ਰੱਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਗੁਰ ਪ੍ਰਤਾਪ ਸੂਰਜ ਗ੍ਰੰਥ, ਇਹਦਾ ਕੀ ਮੁੱਢ ਸੀ, ਕੀ ਇਹਦਾ ਮੁੱਢ ਬੱਝਾ, ਉਹਦੇ ਬਾਬਤ ਕਵੀ ਰਾਜ ਜੀ ਇਤਿਹਾਸ ਦੱਸ ਰਹੇ ਹਨ। ਉਹਨਾਂ ਨੇ ਬਚਨ ਕਰਨਾ ਕੀਤਾ ਕਿ ਇਹ ਜੋ ਕਥਾ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦਾਸ ਨੇ ਜੋ ਲਿਖਣੀ ਕੀਤੀ ਹੈ, ਇਹਦੇ ਇਤਿਹਾਸਕ ਕਈ ਸਰੋਤ ਹਨ, ਲੇਕਿਨ ਸਭ ਤੋਂ ਵੱਡਾ ਇਤਿਹਾਸਕ ਸਰੋਤ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ, ਭਾਈ ਰਾਮ ਕੁਵੈੜ ਜੀ, ਭਾਈ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਮਹਾਰਾਜ ਜੀ ਨੇ ਨਾਮ ਰੱਖਣਾ ਕੀਤਾ। ਉਹਨਾਂ ਨੇ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਨੇ
ਗੁਰੂ ਘਰ ਦੇ ਵਿੱਚ ਰਹਿ ਕਰਕੇ ਬੇਅੰਤ ਸੇਵਾਵਾਂ ਕਰਨੀਆਂ ਕੀਤੀਆਂ। ਤੇ ਇੱਥੇ ਗੁਰਤਾ ਗੱਦੀ ਜਦੋਂ ਬਦਲਦੀ ਗਈ, ਇਸ ਤਰ੍ਹਾਂ ਹੀ ਪਰਿਵਾਰ ਦੇ ਜੋ ਮੈਂਬਰ ਸਨ, ਭਾਵ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਦੇ ਵਿੱਚੋਂ ਦੀ ਚਲਾਣਾ ਕਰ ਜਾਂਦਾ, ਉਹ ਅਗਲਿਆਂ ਦੀ ਬਾਂਹ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਨੂੰ ਫੜਾ ਕੇ ਜਾਂਦੇ ਹਨ। ਇਸ ਤਰ੍ਹਾਂ ਹੀ ਇੱਕ ਤਾਂ ਗੁਰਤਾ ਗੱਦੀ ਦਾ ਸਿਲਸਿਲਾ 10ਵੇਂ ਪਾਤਸ਼ਾਹ ਜੀ ਤੱਕ ਆਇਆ, ਤੇ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਦਾ ਜੋ ਸਿਲਸਿਲਾ ਹੈ, ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਭਾਈ ਭਾਨਾ ਜੀ ਹੋਏ, ਔਰ ਇੱਕ ਉਹਨਾਂ ਦੇ ਅੱਗੇ ਸਪੁੱਤਰ ਹੋਏ ਹਨ, ਸਰਵਣ ਜੀ ਹੋਏ, ਭਾਈ ਗੁਰਦਿੱਤਾ ਜੀ ਹੋਏ। ਉਸ ਤੋਂ ਬਾਅਦ ਭਾਈ ਰਾਮ ਕੁਵੈੜ ਜੀ ਜੋ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮਕਾਲੀ ਹੋਏ ਹਨ। ਉਹਨਾਂ ਨੇ ਪਿਆਰਿਓ, ਕਿਉਂਕਿ ਉਹਨਾਂ ਦੇ ਜੋ ਪਰਿਵਾਰ ਦੇ ਪਹਿਲੇ ਮੈਂਬਰ ਹੋਏ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਜੋ ਇਤਿਹਾਸ ਲਿਖਣਾ ਕੀਤਾ, ਉਹ ਸਾਖੀਆਂ ਦਾ ਇਹਨਾਂ ਨੂੰ ਪਤਾ। ਤੇ ਭਾਈ ਰਾਮ ਕੁਵੈੜ ਜੀ ਨੇ ਅੱਗੇ ਸੰਗਤਾਂ ਨੂੰ ਉਹ ਸਾਰੀਆਂ ਸਾਖੀਆਂ, ਭਾਵ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪ੍ਰਿਅੰਤ ਤੱਕ ਉਹਨਾਂ ਨੇ ਕਥਾ ਦਾ ਉਚਾਰਨ ਕੀਤਾ, ਜੋ ਲਿਖਤੀ ਤੌਰ ਤੇ ਸੀ। ਤੇ ਫਿਰ ਬਾਅਦ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਨੇ ਉਹਨੂੰ ਕਲੰਬ ਬੰਦ ਕੀਤਾ ਸੀ। ਇਹ ਭਾਈ ਸਾਹਿਬ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਦੇ ਨਿਕਟਵਰਤੀ ਉਹਨਾਂ ਦੇ ਸੇਵਾਦਾਰ ਸਨ, ਲਿਖਾਰੀ ਸਨ, ਤੇ ਉਹਨਾਂ ਤੋਂ ਇਹ ਇਤਿਹਾਸਕ ਗ੍ਰੰਥ ਪ੍ਰਾਪਤ ਹੋਇਆ। ਤੇ ਉਹਦਾ ਫਿਰ ਕਵੀ ਰਾਜ ਜੀ ਨੇ ਉਹਦੇ ਵਿੱਚ ਔਰ ਇਤਿਹਾਸਕ ਸਰੋਤ ਜਿੱਥੋਂ ਵੀ ਕਥਾ ਪ੍ਰਾਪਤ ਹੁੰਦੀ ਸੀ, ਉਹਨੂੰ ਕਵਿਤਾ ਦੇ ਵਿੱਚ ਢਾਲ ਕਰਕੇ ਇਤਿਹਾਸ ਦਾ ਵਰਣਨ ਕਰਨਾ ਕੀਤਾ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ। ਸਿੱਖਾਂ ਨੇ ਜਦੋਂ ਪੁੱਛਿਆ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ, ਕਵੀ ਰਾਜ ਜੀ ਨੂੰ, ਕਿ ਕਵੀ ਰਾਜ ਜੀ ਕੁਝ ਸਾਖੀਆਂ ਭਾਈ ਰਾਮ ਕੁਵੈੜ ਸਾਹਿਬ ਜੀ ਦੀਆਂ ਉਹ ਆਪ ਜੀ ਸਾਨੂੰ ਸਰਵਣ ਕਰਾਉਣਾ ਕਰੋ। ਤੇ ਉਹਨਾਂ ਨੇ ਇੱਕ ਸਾਖੀ ਸਰਵਣ ਕਰਾਈ ਸੀ। ਤੇ ਸਾਧੂ ਜਿਸ ਤਰ੍ਹਾਂ ਕੇ ਬੇਪਰਵਾਹ ਹੁੰਦੇ ਹਨ, ਸਹਿਜ ਸੁਭਾਏ ਸਾਧੂ ਦਾ ਬਚਨ ਹੁੰਦਾ, ਤੇ ਸਾਧ ਦਾ ਬੋਲਿਆ ਕਦੇ ਵਿਅਰਥ ਨਹੀਂ ਜਾਂਦਾ ਹੈ। ਇਸ ਤਰ੍ਹਾਂ ਹੀ ਭਾਈ ਰਾਮ ਕੁਵੈੜ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਖਣ ਦੀ ਧਰਤੀ ਤੇ ਆਏ, ਤਾਂ ਉਸ ਵੇਲੇ ਭਾਈ ਰਾਮ ਕੁਵੈੜ ਜੀ ਉਹ ਆਪਣੇ ਜੱਦੀ ਪੁਸ਼ਤੀ ਨਗਰ ਜਿਹੜਾ ਹੈ ਰਮਦਾਸ, ਉੱਥੇ ਚੱਲ ਗਏ। ਤੇ ਫਿਰ ਉੱਥੇ ਫਿਰ ਕੀ ਹੋਇਆ, ਇੱਕ ਰਾਹਕ ਜਿਹੜਾ ਹੈ ਮਰਗ ਦਾ ਭੋਜਨ ਜਿਹੜਾ ਹੈ ਤਿਆਰ ਕਰਕੇ ਬਾਬਾ ਜੀ ਨੂੰ ਉਹਨੇ ਛਕਾਉਣਾ ਕੀਤਾ, ਤੇ ਬਾਬਾ ਜੀ ਨੂੰ ਬੜਾ ਰਾਸ ਆਇਆ। ਸੁਤੇ ਸਿੱਧੀ ਉਹਨਾਂ ਨੇ ਬਚਨ ਕਰ ਦਿੱਤਾ ਕਿ ਭਾਈ ਇਹ ਭੋਜਨ ਕਾਹਦਾ ਤੂਨੇ ਛਕਾਉਣਾ ਕੀਤਾ। ਉਹ ਕਹਿਣ ਲੱਗਾ ਬਾਬਾ ਜੀ ਮਰਗ ਦਾ ਭੋਜਨ ਹੈ। ਬਾਬਾ ਜੀ ਸਹਿਜ ਸੁਭਾਅ, ਫਿਰ ਕਾਹਦੀ ਦੇਰੀ ਸੀ। ਥੋੜੇ ਦਿਨਾਂ ਤੋਂ ਬਾਅਦ ਰਾਮਦਾਸ ਦੇ ਵਿੱਚ ਲੋਕੀ ਮਰਨੇ ਸ਼ੁਰੂ ਹੋ ਗਏ। ਤਕਰੀਬਨ ਇੱਕ ਲੰਬਾ ਸਮਾਂ 2-3 ਮਹੀਨੇ ਪਿੰਡ ਦੇ ਵਿੱਚ, ਨਗਰ ਦੇ ਵਿੱਚ, ਕਿਉਂਕਿ ਸ਼ਹਿਰ ਬਹੁਤ ਵੱਡਾ ਨਹੀਂ ਸੀ, ਛੋਟਾ ਜਿਹਾ ਕਸਬਾ, ਹਾਲੇ ਵੀ ਆਪਾਂ ਹੁਣ ਵੀ ਜਾ ਕਰਕੇ ਵੇਖਦੇ ਹਾਂ, ਕੋਈ ਬਹੁਤ ਵੱਡਾ ਸ਼ਹਿਰ ਨਹੀਂ ਹੈ। ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਕਈ ਮਰਦੇ ਹਨ, ਕਈ ਜੰਮ ਵੀ ਪੈਂਦੇ। ਛੋਟਾ ਜਿਹਾ ਨਗਰ ਹੈ, ਲੇਕਿਨ ਉੱਥੇ ਮੌਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਿੱਤ ਕੋਈ ਬੰਦਾ ਮਰ ਰਿਹਾ ਸੀ। ਜਦੋਂ ਪਿੰਡ ਦੇ ਜਿਹੜੇ ਸਿਆਣੇ ਸਮਝਦਾਰਾਂ ਨੇ ਵੇਖਿਆ ਕਿ ਭਈ ਇਹ ਕੀ ਗੱਲ ਹੈ, ਪਹਿਲੇ ਤਾਂ ਮਹੀਨੇ ਦੇ ਵਿੱਚ ਕਦੇ 1-2 ਬੰਦਾ ਚੜ੍ਹਾਈ ਕਰ ਜਾਂਦਾ, ਹੁਣ ਤਾਂ ਰੋਜ਼ ਕਦੇ ਇਹਦੇ ਘਰ ਦੇ ਵਿੱਚ ਮਰਗ ਹੋ ਗਿਆ, ਕਦੇ ਉਹਦੇ ਘਰ ਦੇ ਵਿੱਚ ਸੋਗ ਪੈ ਗਿਆ। ਸਾਰੇ ਲੋਕ ਇਕੱਤਰ ਹੋ ਕਰਕੇ ਵਿਚਾਰ ਕਰ ਰਹੇ ਸਨ ਕਿ ਭਾਈ ਸਾਡੇ ਤੋਂ ਕੋਈ ਗਲਤੀ ਤਾਂ ਨਹੀਂ ਹੋਈ ਹੈ, ਕੋਈ ਗੁਨਾਹ ਤਾਂ ਨਹੀਂ ਹੋਇਆ ਕਿਸੇ ਪਿੰਡ ਦੇ ਵਿਅਕਤੀ ਤੋਂ, ਜਿਸ ਕਰਕੇ ਇਹ ਸਾਨੂੰ ਰੱਬ ਦੇ ਵੱਲੋਂ ਸਜ਼ਾ ਪ੍ਰਾਪਤ ਹੋ ਰਹੀ। ਜਦੋਂ ਉਹ ਚਰਚਾ ਕਰ ਰਹੇ, ਉਹ ਰਾਹਕ ਨੇ ਕਹਿ ਦਿੱਤਾ ਕਿ ਭਾਈ ਮੈਨੂੰ ਲੱਗਦਾ ਮੈਨੇ ਪ੍ਰਸ਼ਾਦਾ ਛਕਾਇਆ ਸੀ ਭਾਈ ਰਾਮ ਕੁਵੈੜ ਜੀ ਨੂੰ। ਉਹਨਾਂ ਨੇ ਕਿਹਾ ਕਿ ਠੀਕ ਹੈ ਭਾਈ, ਆ ਜਿਹੜਾ ਮਰਗ ਦਾ ਭੋਜਨ ਜਿਹੜਾ ਨਿਤ ਸਾਨੂੰ ਪ੍ਰਾਪਤ ਹੁੰਦਾ ਰਵੇ, ਸਾਨੂੰ ਲੱਗ ਰਿਹਾ ਕਿ ਬਾਬਾ ਜੀ ਦਾ ਬਚਨ ਪੂਰਾ ਹੋ ਰਿਹਾ। ਫਿਰ ਸਾਰੀਆਂ ਸੰਗਤਾਂ ਨੇ ਫਿਰ ਕੀ ਕਰਨਾ ਕੀਤਾ, ਤਰਕੀਬ ਲੜਾ ਕਰਕੇ ਇੱਕ ਤਰਕੀਬ ਦੇ ਨਾਲ। ਤੇ ਜਦੋਂ ਕਿਸੇ ਘਰ ਦੇ ਵਿੱਚ ਖੁਸ਼ੀ ਦਾ ਸਮਾਂ ਸੀ, ਸ਼ਾਦੀ ਦਾ ਸਮਾਂ ਸੀ, ਤੇ ਉਸ ਵੇਲੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਗਏ। ਬਹੁਤ ਵਧੀਆ ਪ੍ਰਸ਼ਾਦਾ ਜਿਹੜਾ ਹੈ ਬਾਬਾ ਜੀ ਨੂੰ ਛਕਾਇਆ। ਤੇ ਫਿਰ ਬਾਬਾ ਜੀ ਨੇ ਸ਼ੱਕ ਕਰਕੇ ਕਿਹਾ ਕਿ ਭਾਈ ਆ ਕਾਹਦਾ ਭੋਜਨ ਸੀ। ਤੇ ਉਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਨਗਰ ਦੇ ਵਿੱਚ ਸ਼ਾਦੀ ਹੈ, ਭਾਵ ਕਿ ਖੁਸ਼ੀ ਦਾ ਸਮਾਂ ਹੈ, ਉਹਦਾ ਪ੍ਰਸ਼ਾਦਾ ਆਪ ਜੀ ਨੂੰ
ਪਹਿਲਾ ਆ ਥਾਲ ਕੱਢ ਕੇ ਲਿਆਉਣਾ ਕੀਤਾ ਤੇ ਕਹਿਣ ਲੱਗੇ, ਅੱਛਾ ਭਾਈ, ਇਹ ਸ਼ਾਦੀ ਦਾ ਭੋਜਨ ਹੈ। ਤੇ ਸੁਤੇ ਸਿੱਧ ਮਹਾਂਪੁਰਖਾਂ ਨੇ ਕਹਿ ਦਿੱਤਾ, ਕੋਈ ਗੱਲ ਨਹੀਂ ਹੈ, ਨਗਰ ਦੇ ਵਿੱਚ ਨਿਤ ਸ਼ਾਦੀ ਹੁੰਦੀ ਰਵੇ, ਭਾਵ ਕਿ ਨਿਤ ਖੁਸ਼ੀਆਂ ਹੁੰਦੀ ਰਵੇ ਤੇ ਸਾਨੂੰ ਨਿਤ ਖੁਸ਼ੀ ਦਾ ਪ੍ਰਸ਼ਾਦਾ ਪ੍ਰਾਪਤ ਹੋਵੇ। ਉਸ ਤੋਂ ਬਾਅਦ ਫਿਰ ਪਿਆਰਿਓ ਕੀ ਹੋਇਆ, ਨਗਰ ਦੇ ਵਿੱਚ ਜਿਹੜੇ ਮਰ ਰਹੇ ਸਨ ਉਹ ਕੰਮ ਖਤਮ ਹੋ ਗਿਆ। ਫਿਰ ਨਗਰ ਦੇ ਵਿੱਚ ਆਨੰਦ ਮੰਗਲਾਚਾਰ ਹੋਣਾ ਸ਼ੁਰੂ ਹੋ ਗਿਆ। ਕਦੇ ਕਿਹਦੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਬਣ ਜਾਂਦਾ, ਕਦੇ ਕਿਹਦੇ ਘਰ ਦੇ ਵਿੱਚ ਕਿਹਦਾ ਜਨਮ ਹੋ ਗਿਆ ਜਾਂ ਕਿਹਦਾ ਕੁਛ ਘਰ ਬਣ ਗਿਆ। ਖੁਸ਼ੀ ਦੇ ਕਈ ਮੌਕੇ ਜਿਹੜੇ ਬਣਦੇ ਰਹਿੰਦੇ ਹਨ। ਇੰਜ ਨਗਰ ਦੇ ਵਿੱਚ ਨਿਤ ਫਿਰ ਮਹਾਂਪੁਰਖਾਂ ਦੇ ਬਚਨਾਂ ਤੋਂ ਬਾਅਦ ਨਿਤ ਕਿਥੇ ਨਾ ਕਿਥੇ ਖੁਸ਼ੀ ਦਾ ਜਿਹੜਾ ਪ੍ਰੋਗਰਾਮ ਹੁੰਦਾ ਸੀ। ਇਸ ਤਰ੍ਹਾਂ ਕਵੀਰਾਜ ਜੀ ਦੱਸਦੇ ਹਨ ਕਿ ਸਾਧੂਆਂ ਦਾ ਬੋਲਿਆ ਕਿਸ ਤਰ੍ਹਾਂ ਰਹਿੰਦਾ। ਉਹ ਸੋਚ ਵਿਚਾਰ ਕਰਕੇ ਨਹੀਂ ਬੋਲਦੇ, ਸਹਿਜ ਸੁਭਾਈ ਉਹ ਬਚਨ ਕਰਦੇ, ਲੇਕਿਨ ਉਹਨਾਂ ਦਾ ਬਚਨ ਭਾਵੇਂ ਉਹਨਾਂ ਦਾ ਕਰੋਪੀ ਵਾਲਾ ਬਚਨ ਹੋਵੇ, ਭਾਵੇਂ ਆਸ਼ੀਰਵਾਦਕ ਬਚਨ ਹੋਵੇ, ਬਚਨ ਮਹਾਂਪੁਰਖਾਂ ਦਾ ਕਦੇ ਵਿਅਰਥ ਨਹੀਂ ਜਾਂਦਾ ਹੈ। ਲੇਕਿਨ ਪਿਆਰਿਓ, ਹੋਣਾ ਚਾਹੀਦਾ ਮਹਾਂਪੁਰਖ। ਐਵੇਂ ਫਿਰ ਕੋਈ ਦੰਬੀ ਪਖੰਡੀ ਹੋਵੇ, ਜਿਹਨੂੰ ਮਰਜੀ ਉਹ ਲੱਖ ਸ਼ਰਾਬ ਦੇਈ ਜਾਵੇ ਜਾਂ ਲੱਖ ਬਰ ਦੇਈ ਜਾਵੇ, ਉਹਨਾਂ ਦਾ ਬਚਨ ਪਿਆਰਿਓ ਉਹ ਅਟਲ ਨਹੀਂ ਹੁੰਦਾ। ਜਿਹੜੇ ਕੱਚਿਆਂ ਦਾ ਬਚਨ ਵੀ ਕੱਚਾ ਹੀ ਹੁੰਦਾ। ਹਾਂ, ਜਿਹੜੇ ਪੱਕੇ ਹੁੰਦੇ ਹਨ, ਸੱਚੇ ਹੁੰਦੇ, ਜਿਹੜੇ ਸੱਚਿਆਂ ਤੋਂ ਕੋਈ ਬਚਨ ਨਿਕਲੇ ਉਹ ਉਹਨਾਂ ਦਾ ਬਚਨ ਵੀ ਤ੍ਰਈ ਕਾਲ ਆਬਾਦ ਰਹਿੰਦਾ, ਅਟਲ ਰਹਿੰਦਾ। ਇੱਥੋਂ ਤੱਕ ਪਿਆਰਿਓ ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਇਹ ਕਥਾ ਨੂੰ ਸਰਵਣ ਕੀਤਾ ਸੀ। ਹੁਣ ਅਗਲਾ ਅਧਿਆਇ ਆਰੰਭ ਹੋ ਰਿਹਾ। ਕਵੀਰਾਜ ਜੀ ਦੂਜੀ ਸਾਖੀ ਸਰਵਣ ਕਰਾ ਰਹੇ ਹਨ। ਇਹਦਾ ਵੀ ਸੰਬੰਧ ਭਾਈ ਰਾਮ ਕੁਵੜ ਜੀ ਦੇ ਨਾਲ, ਭਾਈ ਗੁਰਬਖਸ਼ ਸਿੰਘ ਜੀ ਦੇ ਨਾਲ ਹੈ। ਆਓ ਪਿਆਰਿਓ ਉਹ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਰਸ ਬ੍ਰਿਤੀ ਅਖੰਡ ਰਹੇ, ਬ੍ਰਹਮ ਗਿਆਨ ਕੇ ਮਾਹੇ। ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਅਗਲੇ ਅਧਿਆਇ ਦੇ ਵਿੱਚ ਉਚਾਰਨ ਕਰ ਰਹੇ ਹਨ। ਇਹ ਵੀ ਪ੍ਰਸੰਗ ਭਾਈ ਰਾਮ ਕੁਵੜ ਜੀ ਦੀ ਸਾਖੀ ਹੈ। ਇਹਦੇ ਵਿੱਚ ਇੱਕ ਘਟਨਾ ਉਹਨਾਂ ਨੇ ਵਰਣਨ ਕਰਨਾ ਕੀਤਾ। ਕਹਿੰਦੇ ਕਿ ਬਾਬਾ ਰਾਮ ਕੁਵੜ ਜੀ, ਜਿਨ੍ਹਾਂ ਦਾ ਪਿਆਰਿਓ ਅਸਲ ਦੇ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਜੀ ਹੋਇਆ, ਲੇਕਿਨ ਜ਼ਿਆਦਾ ਕਰਕੇ ਉਹਨਾਂ ਦਾ ਨਾਮ ਜਿਹੜਾ ਪਿਛਲਾ ਨਾਮ ਰਾਮ ਕੁਵੜ ਕਰਕੇ ਇਹ ਹੀ ਜ਼ਿਆਦਾ ਪ੍ਰਚਲਿਤ ਹੋਇਆ। ਕਿਉਂਕਿ ਆਪਾਂ ਕਈ ਵਾਰੀ ਇੱਕੋ ਹੀ ਵਿਅਕਤੀ ਦੇ ਦੋ ਨਾਮ ਵਰਤਦੇ ਤੇ ਕਈ ਵਾਰੀ ਸੁਣਨ ਵਾਲਿਆਂ ਨੂੰ ਭੁਲੇਖਾ ਲੱਗ ਜਾਂਦਾ ਕਿ ਭਾਈ ਗੱਲ ਕੀ ਹੈ, ਰਾਮ ਕੁਵੜ ਜੀ ਵੱਖਰੇ, ਭਾਈ ਗੁਰਬਖਸ਼ ਸਿੰਘ ਜੀ ਵੱਖਰੇ ਕਰਕੇ। ਇਸ ਕਰਕੇ ਪਿਆਰਿਓ ਆਪਾਂ ਜ਼ਿਆਦਾ ਕਰਕੇ ਇੱਕੋ ਹੀ ਨਾਮ ਆਪਾਂ ਵਰਤਣਾ ਕਰੀਏ, ਭਾਈ ਰਾਮ ਕੁਵੜ ਜੀ। ਭਾਈ ਰਾਮ ਕੁਵੜ ਜੀ ਦੇ ਬਾਬਤ ਦੱਸਦੇ ਹਨ, ਇੱਕ ਰਸ ਬਿਰਤੀ ਦੇ ਵਿੱਚ ਅਖੰਡ ਬ੍ਰਹਮ ਗਿਆਨ ਦੇ ਵਿੱਚ ਸਦਾ ਤਦਾਤਮ ਰਹਿੰਦੇ ਹਨ। ਆਏ ਕਦਾਚਿਤ ਜਗਤ ਦੇਸ਼, ਰਹਿਤ ਦਾਸ ਬਹੁ ਪਾਹੇ। ਤੇ ਸਦਾ ਉਹ ਕਦੇ ਕਦਾਈ ਜਿਹੜਾ ਹੈ ਜਗਤ ਦੀ ਬਿਰਤੀ ਦੇ ਵਿੱਚ ਆਉਂਦੇ ਹਨ। ਦਾਸ ਨੇ ਕੱਲ ਦੇ ਦੀਵਾਨ ਦੇ ਵਿੱਚ ਵੀ ਬੇਨਤੀ ਕੀਤੀ ਸੀ, ਜਿਸ ਤਰ੍ਹਾਂ ਕਿ ਕਵੀਰਾਜ ਜੀ ਨੇ ਦੱਸਿਆ, ਸਦਾ ਮਹਾਂਪੁਰਖ ਧਿਆਨ ਦੇ ਵਿੱਚ, ਸਮਾਧੀ ਦੇ ਵਿੱਚ, ਮਸਤੀ ਦੇ ਵਿੱਚ ਹੀ ਰਿਹਾ ਕਰਦੇ। ਹਾਂ, ਕੋਈ ਕੰਮ ਅੜ ਜਾਵੇ ਤੇ ਸੇਵਕ ਵੀ ਬੜੇ ਸੁਚੱਜੇ ਸਨ, ਸੁਚੱਜਾ ਉਹਨਾਂ ਦਾ ਪ੍ਰਬੰਧ ਸੀ, ਭੈ ਭਾਵਨੀ ਦੇ ਵਿੱਚ ਰਹਿਣ ਵਾਲੇ ਸਨ। ਤੇ ਕਦੇ ਕੋਈ ਕੰਮ ਅੜ ਜਾਵੇ ਤੇ ਉਹ ਬਾਬਾ ਜੀ ਨੂੰ ਪੁੱਛ ਲਿਆ ਕਰਦੇ ਕਿ ਬਾਬਾ ਜੀ ਆਹ ਕੰਮ ਕਰਨਾ, ਤੇ ਉਸ ਵੇਲੇ ਬਾਬਾ ਜੀ ਉਹ ਬਿਰਤੀ ਆਪਣੀ ਹਟਾ ਕਰਕੇ
ਉਹ ਬਿਰਤੀ ਦੇ ਵਿੱਚ ਆਪਣਾ ਚਿੱਤ ਲਾਉਂਦੇ, ਫਿਰ ਬਾਅਦ ਦੇ ਵਿੱਚ ਰੱਬ ਦੇ ਨਾਲ ਜੁੜ ਜਾਂਦੇ। ਚੌਪਈ ਏਕ ਸਮੈ ਤੁਰਕਨ ਕੀ ਸੈਨਾ। ਇੱਕ ਸਮੇਂ ਦੀ ਗੱਲ ਹੈ ਪਿਆਰਿਓ, ਤੁਰਕਾਂ ਦੀ ਜਿਹੜੀ ਸੈਨਾ ਹੈ, ਆਇ ਪਰੀ ਲੂਟਨ ਕੋ ਐਨਾ। ਉਹਨਾਂ ਨੇ ਨਗਰ ਨੂੰ ਲੁੱਟਣ ਵਾਸਤੇ ਲੁਟੈਰਿਆਂ ਦਾ, ਤੁਰਕਾਂ ਦਾ ਇੱਕ ਟੋਲਾ ਜਿਹੜਾ ਉਹ ਰਮਦਾਸ ਪਹੁੰਚ ਗਿਆ। ਵਸਤਰ ਵਿਭੂਖਨ ਬਾਸਨ ਭਾਰੇ। ਉਹਨਾਂ ਨੇ ਕੀ ਕਰਨਾ ਕੀਤਾ, ਸਾਰਾ ਸ਼ਹਿਰ ਲੁੱਟ ਲਿਆ। ਬਸਤਰ, ਵਿਭੂਖਨ ਆਦਿਕ, ਭਾਂਡੇ ਬਰਤਨ ਆਦਿਕ। ਤੁਰੰਗ ਧੀਨ ਮਹਿਕੀ ਗਨਸਾਰੇ। ਲੁਟੇਰਿਆਂ ਨੇ ਪਿਆਰਿਓ ਕੁਛ ਵੀ ਨਹੀਂ ਛੱਡਿਆ। ਉਹਨਾਂ ਨੇ ਤੁਰੰਗ ਜਿਹੜੇ ਹਨ, ਘੋੜੇ ਹਨ, ਗਾਵਾਂ, ਮੱਝਾਂ ਆਦਿਕ, ਇਹ ਸਾਰੇ ਲੁੱਟ ਕੇ ਲੈ ਕੇ ਚੱਲ ਗਏ। ਦੇਗ ਕਰਾਹੇ ਵੱਡ ਬਰ ਟੋਹੇ। ਬਹੁਤ ਵੱਡੇ ਜੋ ਦੇਗੇ ਸਨ, ਕੜਾਹੇ ਜਿਹੜੇ ਹਨ ਗੁਰੂ ਘਰ ਦੇ ਵਿੱਚ, ਜਿਹਦੇ ਵਿੱਚ ਸੰਗਤਾਂ ਦੇ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ। ਇਹਨਾਂ ਲੁਟੈਰਿਆਂ ਨੇ ਗੁਰੂ ਘਰ ਨੂੰ ਵੀ ਨਹੀਂ ਛੱਡਣਾ ਕੀਤਾ। ਗੁਰੂ ਘਰ ਦੇ ਉੱਤੇ ਵੀ ਹੱਲਾ ਬੋਲ ਕੇ ਬਹੁਤ ਵੱਡੇ ਵੱਡੇ ਜੋ ਦੇਗਚੇ ਸਨ, ਕੜਾਹੇ ਜਿਹੜੇ ਸਨ, ਬਹੁਤ ਵੱਡੇ ਬਲਟੋਹੇ ਜਿਹੜੇ ਬਾਲਟੀਆਂ ਆਦਿਕ, ਉਹ ਵੀ ਲੁੱਟ ਕੇ ਲੈ ਕੇ ਗਏ। ਅੰਨ ਬਹੁਤ ਸਭ ਲੀਨਸ ਖੋਹੇ। ਤੇ ਗੁਰੂ ਘਰ ਦੇ ਵਿੱਚ ਜਿੰਨਾ ਵੀ ਕੱਚਾ ਰਾਸ਼ਨ ਪਿਆ ਹੋਇਆ ਉਹ ਵੀ ਲੁੱਟ ਕੇ ਲੈ ਕੇ ਚੱਲ ਗਏ। ਦਾਸ ਉਪਾਏ ਕਰਤ ਬਹੁ ਰਹੇ। ਗੁਰੂ ਕੇ ਜੋ ਸੇਵਾਦਾਰ ਹਨ ਗੁਰੂ ਘਰ ਦੇ ਵਿੱਚ, ਉਹਨਾਂ ਨੇ ਬੜਾ ਉਦਮ ਕਰਨਾ ਕੀਤਾ, ਬੜਾ ਉਪਰਾਲਾ ਕੀਤਾ ਕਿ ਭਾਈ ਗੁਰੂ ਘਰ ਬਚ ਜਾਵੇ। ਲੇਕਿਨ ਤੁਰਕਾਂ ਨੇ ਗੁਰੂ ਘਰ ਨੂੰ ਵੀ ਨਹੀਂ ਛੱਡਿਆ। ਗੁਰੂ ਘਰ ਦਾ ਵੀ ਸਾਰਾ ਸਮਾਨ ਲੁੱਟ ਕੇ ਲੈ ਕੇ ਗਏ। ਕਿਉਂ ਜਬਰੀ ਤੁਮ ਠਾਨਤ ਅਹੇ। ਸਿੱਖਾਂ ਨੇ ਬੜਾ ਸਮਝਾਇਆ ਕਿ ਭਾਈ ਗੁਰੂ ਘਰ ਨੂੰ ਤਾਂ ਛੱਡ ਦੇਣਾ ਕਰੋ, ਇੱਥੇ ਕਿਉਂ ਤੁਸੀਂ ਜ਼ਬਰਦਸਤੀ ਕਰਦੇ ਹੋ। ਕਹੇ ਬਹੁ ਰਹੇ ਨਾ ਮਾਨੀ ਕਾਹੂ। ਸਿੱਖਾਂ ਨੇ ਤਾਂ ਬੜਾ ਸਮਝਾਇਆ, ਲੇਕਿਨ ਤੁਰਕਾਂ ਨੇ ਸਿੱਖਾਂ ਦਾ ਇੱਕ ਵੀ ਬਚਨ ਜਿਹੜਾ ਨਹੀਂ ਮੰਨਣਾ ਕੀਤਾ। ਛੀਨ ਲੀਨ ਸਭ ਵਤ ਘਰ ਮਾਹੂ। ਸਾਰਿਆਂ ਦੇ ਘਰਾਂ ਦੇ ਵਿੱਚੋਂ ਪਿਆਰਿਓ ਜੋ ਵਸਤੂ ਇਹਨਾਂ ਨੂੰ ਨਜ਼ਰ ਆਈ, ਲੋੜੀਂਦੀ ਵਸਤੂ ਸਾਰੀ ਲੁੱਟ ਕੇ ਲੈ ਕੇ ਗਏ। ਬੈਠੇ ਰਾਮ ਕੁਵਰ ਜਹ ਭਾਈ। ਜਿੱਥੇ ਭਾਈ ਰਾਮ ਕੁਵਰ ਜੀ ਬੈਠੇ ਹੋਏ ਹਨ, ਜਾਏ ਨਿਕਟ ਸੁਧ ਦੇਤ ਸੁਨਾਈ। ਉਹਨਾਂ ਨੇ ਸਿੱਖਾਂ ਨੇ ਜਾ ਕਰਕੇ ਫਿਰ ਭਾਈ ਰਾਮ ਕੁਵਰ ਜੀ ਨੂੰ ਵੀ ਦੱਸਿਆ ਕਿ ਬਾਬਾ ਜੀ, ਤੁਰਕਾਂ ਦਾ ਟੋਲਾ ਜਿਹੜਾ ਹੈ, ਲੋਟੂਆਂ ਦਾ ਟੋਲਾ ਆ ਗਿਆ। ਇਹਨਾਂ ਨੇ ਲੁੱਟ ਮਾਰ ਕਰਕੇ ਆਪਣੇ ਮਨ ਦੇ ਵਿੱਚ ਕੁਛ ਨਹੀਂ ਲਿਆਂਦਾ, ਐਨ ਅਚਲ ਸਮਾਧੀ ਦੇ ਵਿੱਚ ਬੈਠੇ ਹੋਏ ਹਨ। ਕੋਈ ਹਲਚਲ ਨਹੀਂ ਕਰਨੀ ਕੀਤੀ ਹੈ, ਕੋਈ ਬਚਨ ਨਹੀਂ ਕਰਨਾ ਕੀਤਾ। ਨਹਿ ਦਾਸਨ ਸੋ ਬਾਕ ਬਖਾਨਾ। ਨਾ ਕੋਈ ਆਪਣੇ ਸੇਵਕਾਂ ਦੇ ਤਾਈਂ ਬਚਨ ਕੀਤਾ ਕਿ ਜਾਓ ਭਾਈ ਤਿਆਰ ਪਰ ਤਿਆਰ ਹੋ ਕਰਕੇ ਜੰਗ ਕਰੋ, ਇਹਨਾਂ ਨੂੰ ਮਾਰ ਭਜਾਓ। ਕੋਈ ਬਚਨ ਨਹੀਂ ਕੀਤਾ। ਜਦੋਂ ਸਿੱਖਾਂ ਨੇ ਕਿਹਾ ਕਿ ਲੁੱਟ ਕੇ ਲੈ ਕੇ ਜਾ ਰਹੇ ਹਨ, ਤੇ ਬਾਬਾ ਜੀ ਨੇ ਸਹਿਜ ਸੁਭਾਈ ਕਿਹਾ ਲੁੱਟ ਕੇ ਲੈ ਕੇ ਜਾ ਰਹੇ, ਚਲੋ ਕੋਈ ਗੱਲ ਨਹੀਂ ਹੈ ਕਰਕੇ। ਕਈ ਹਜ਼ਾਰਨ ਕੋ ਧਨ ਗਇਓ। ਗੁਰੂ ਘਰ ਦੇ ਵਿੱਚ ਪਿਆਰਿਓ ਜੋ ਚੜ੍ਹਤ ਚਲਾਵਾ ਸੀ, ਕਈ ਹਜ਼ਾਰ ਦਮੜੇ, ਉਹ ਵੀ ਇਹਨਾਂ ਨੇ ਲੁੱਟਣਾ ਕੀਤਾ। ਘਰ ਮਹਿ ਨਹੀਂ ਪਧਾਰਤ ਰਹਿਓ। ਘਰ ਦੇ ਵਿੱਚ ਪਿਆਰਿਓ ਕੋਈ ਪਦਾਰਥ ਇਹਨਾਂ ਨੇ ਛੱਡਿਆ ਨਹੀਂ ਹੈ। ਜੋ ਵੀ ਪਦਾਰਥ ਜਿਹੜਾ ਹੈ, ਕੋਈ ਕੀਮਤੀ ਸਮਾਨ, ਲੋੜੀਂਦੀਆਂ ਵਸਤੂਆਂ, ਭਾਂਡੇ, ਬਸਤਰ ਤੱਕ ਇਹਨਾਂ ਨੇ ਨਹੀਂ ਛੱਡਿਆ, ਉਹ ਵੀ ਲੁੱਟ ਕੇ ਲੈ ਕੇ ਗਏ। ਲੇਕਰ ਸਕਲ ਤੁਰਕ ਕੀ ਸੈਨਾ। ਲੈ ਕਰਕੇ ਸਾਰੀਆਂ ਇਹ ਤੁਰਕਾਂ ਦੀ ਜੋ ਸੈਨਾ ਹੈ, ਜਾਏ ਪਹੁੰਚੀ ਆਪਣੇ ਐਨਾ। ਇਹ ਲੁੱਟ ਕਰਕੇ ਆਪਣੇ ਆਪਣੇ ਘਰਾਂ ਨੂੰ ਚੱਲ ਗਏ ਹਨ। ਲਵਪੁਰ ਕੋ ਸੂਬਾ ਇੱਕ ਹੁਤੋ। ਫਿਰ ਪਿਆਰਿਓ ਕੀ ਹੋਇਆ, ਇਸ ਗੱਲ ਦਾ ਪਤਾ ਇੱਕ ਲਾਹੌਰ ਦਾ ਜਿਹੜਾ ਸੂਬੇਦਾਰ ਸੀ, ਉਹਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ, ਤੂੰ ਜਾਣਤ ਸਭ ਵਿਦ ਇਨ ਮਤੋ। ਉਹਨੂੰ ਪਤਾ ਚੱਲ ਗਿਆ ਕਿ ਇੱਕ ਤੁਰਕਾਂ ਦਾ ਭਾਈ ਆਪਣੀ ਫੌਜ ਦਾ ਇੱਕ ਟੋਲਾ ਜਿਹੜਾ ਉਹਨਾਂ ਨੇ ਰਮਦਾਸ ਨਗਰ ਨੂੰ ਲੁੱਟਣਾ ਕੀਤਾ। ਮਹਿਮਾ ਮਹਾ ਪਛਾਨਹਿ ਸੋਏ। ਉਹਨੂੰ ਪਤਾ ਸੀ, ਉਹ ਤੁਰਕ ਸੂਬੇਦਾਰ ਜਿਹੜਾ, ਉਹਨੂੰ ਪਤਾ ਸੀ ਕਿ ਰਮਦਾਸ ਦੇ ਵਿੱਚ ਭਾਈ ਰਾਮ ਕੁਵਰ ਜੀ ਰਹਿੰਦੇ ਹਨ। ਬਹੁਤ ਚੜ੍ਹਦੀ ਕਲਾ ਵਾਲਾ ਜਿਨ੍ਹਾਂ ਦਾ ਜੀਵਨ ਹੈ, ਬਹੁਤ ਵੱਡੇ ਇਹ ਮਹਾਂਪੁਰਖ ਕਰਕੇ। ਸੁਖ ਦੁਖ ਮੈਂ ਇੱਕ ਰਸ ਨਿਤ ਹੋਏ। ਉਹਨੂੰ ਪਤਾ ਸੀ ਕਿ ਬਾਬਾ ਰਾਮ ਕੁਵਰ ਜੀ ਭਾਵੇਂ ਸੁਖ ਆ ਜਾਵੇ ਭਾਵੇਂ ਦੁੱਖ ਆ ਜਾਵੇ, ਉਹਨਾਂ ਦੀ ਬਿਰਤੀ ਕਦੇ ਡੋਲਦੀ ਨਹੀਂ ਹੈ। ਹਰਖ ਸ਼ੋਕ ਨਹਿ ਜਿਨ ਕੇ ਲੇਸ਼। ਜਿਨ੍ਹਾਂ ਦੇ ਮਨ ਦੇ ਵਿੱਚ ਹਰਖ ਸ਼ੋਕ ਦਾ ਲੇਸ਼ ਮਾਤਰ ਵੀ ਜਿਹੜਾ ਹੈ ਇਹ ਨਹੀਂ ਵਿਆਪਦਾ। ਇਨ ਕੋ ਲਖ ਹੈ ਮਹਾ ਦਰਵੇਸ਼। ਉਹ ਜਿਹੜਾ ਸੂਬੇਦਾਰ ਹੈ ਸਭ ਤੋਂ ਵੱਡਾ ਦਰਵੇਸ਼। ਜਿਸ ਤਰ੍ਹਾਂ ਪਿਆਰਿਓ
ਆਪਾਂ ਆਪਣੇ ਮਤ ਦੇ ਵਿੱਚ ਮਹਾਂਪੁਰਖ ਪੂਰਨ ਸੰਤ ਬ੍ਰਹਮ ਗਿਆਨੀ ਬੋਲਦੇ, ਇਸ ਤਰ੍ਹਾਂ ਹੀ ਤੁਰਕਾਂ ਦੇ ਵਿੱਚ ਜਿਹੜੇ ਮਹਾਂਪੁਰਖ ਉਹਨਾਂ ਨੂੰ ਦਰਵੇਸ਼ ਕਿਹਾ ਜਾਂਦਾ। ਤੇ ਉਹ ਸੂਬੇਦਾਰ ਜਿਹੜਾ ਭਾਈ ਰਾਮ ਕੁਵੇੜ ਜੀ ਦਾ ਬੜਾ ਮੁਰੀਦ ਸੀ, ਉਹ ਜਾਣਦਾ ਸੀ ਕਿ ਬਹੁਤ ਵੱਡੇ ਇਹ ਪੀਰਾਨ ਪੀਰ ਦਰਵੇਸ਼ ਹਨ। ਇਹ ਸੁਧ ਪਹੁੰਚੀ ਤਿਸ ਕੇ ਪਾਸ, ਜਦੋਂ ਉਹਨੂੰ ਇਸ ਗੱਲ ਦਾ ਪਤਾ ਚੱਲਿਆ, ਲਿਏ ਲੂਟ ਰਮਦਾਸ ਉਹਨੂੰ ਆਵਾਸ। ਇਹਨੇ ਜਾ ਕਰਕੇ ਕਿਹਾ ਕਿ ਸੂਬੇਦਾਰ ਜੀ, ਆਪਣੀ ਫੌਜ ਦੇ ਵਿੱਚੋਂ ਜਾਂ ਫਲਾਨੀ ਫੌਜ ਦੇ ਵਿੱਚੋਂ ਇੱਕ ਟੋਲਾ ਜਿਹੜਾ ਹੈ ਉਹਨਾਂ ਨੇ ਰਮਦਾਸ ਨਗਰ ਨੂੰ ਲੁੱਟਣਾ ਕੀਤਾ। ਤਤ ਛਿਨ ਅਸੁ ਅਰੂੜ ਕਰ ਆਵਾਸ, ਉਸ ਵੇਲੇ ਉਹ ਸੂਬੇਦਾਰ ਜਿਹੜਾ ਤੁਰੰਤ ਘੋੜੇ ਤੇ ਚੜ ਕਰਕੇ ਆਇਆ। ਲਉਪੁਰ ਤੇ ਤੂਰਨ ਹੀ ਧਾਵਾ, ਲੌਪੁਰ ਦਾ ਭਾਵ ਕਿ ਲਾਹੌਰ ਤੋਂ ਤੁਰੰਤ ਉਹਨੇ ਚਾਲਾ ਪਾਉਣਾ ਕੀਤਾ। ਉਥੋਂ ਭੱਜ ਕਰਕੇ ਰਮਦਾਸ ਆ ਰਿਹਾ ਹੈ, ਕੁਸ਼ਕ ਸੈਨ ਆਈ ਜੈਸਾ, ਜਿਹਦੇ ਨਾਲ ਕਿਉਂਕਿ ਸੂਬੇਦਾਰ ਹੈ, ਵੱਡਾ ਮੁਰਾਦਬਾ ਹੈ, ਤੇ ਕੁਛ ਕੀ ਫੌਜ ਜਿਹੜੀ ਹੈ ਉਹਦੀ, ਜੋ ਉਹਦੇ ਨਿਕਟਵਰਤੀ ਜਿਹੜੇ ਸਨ ਅੰਗ ਰੱਖਿਅਕ ਆਦਿਕ ਸਨ, ਉਹ ਉਹਦੇ ਨਾਲ ਆਏ। ਬਹੁਤ ਬੇਸੂਰਤ ਸੁਨ ਕਰ ਗਾ, ਉਹਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਰਮਦਾਸ ਨਗਰ ਨੂੰ ਲੁੱਟਿਆ ਤੇ ਨਾਲ ਗੁਰੂ ਘਰ ਨੂੰ ਵੀ ਇਹਨਾਂ ਲੁਟੈਰਿਆਂ ਨੇ ਲੁੱਟਣਾ ਕੀਤਾ, ਭਾਈ ਰਾਮ ਕੁਵੇੜ ਜੀ ਦਾ ਡੇਰਾ ਵੀ ਜਿਹੜਾ ਇਹਨਾਂ ਨੇ ਲੁੱਟ ਲਿਆ, ਇਹ ਗੱਲ ਸੁਣ ਕਰਕੇ ਬੜਾ ਝੂਰਦਾ ਸੀ। ਰਾਮਦਾਸ ਕੇ ਪਹੁੰਚਿਓ ਗ੍ਰਾਮ, ਉਹ ਸੂਬੇਦਾਰ ਆ ਕਰਕੇ ਰਮਦਾਸ ਪਹੁੰਚ ਗਿਆ। ਨਗਨ ਪੈਰ ਵਹਿ ਪ੍ਰਵਿਸ਼ਿਓ ਧਾ, ਫਿਰ ਜਦੋਂ ਨਗਰ ਆਇਆ ਨਾ, ਦੇਖੋ ਕਿੰਨੀ ਜ਼ਿਆਦੀ ਸ਼ਰਧਾ ਹੈ ਪਿਆਰਿਓ ਮੁਸਲਮਾਨ, ਕਿਉਂਕਿ ਬਹੁਤ ਸਾਰੇ ਮੁਸਲਮਾਨ ਵੀਰ ਜਿਹੜੇ ਹਨ ਗੁਰੂ ਘਰ ਦੇ ਉੱਤੇ ਅਟੁੱਟ ਸ਼ਰਧਾ ਵਿਸ਼ਵਾਸ ਰੱਖਿਆ ਕਰਦੇ ਸਨ, ਬੜਾ ਉਹ ਮੰਨਦੇ ਸਨ। ਤੇ ਉਹਨੇ ਵੇਖਿਆ ਕਿ ਮਹਾਂਪੁਰਖਾਂ ਦੀ ਨਗਰੀ ਹੈ, ਇੱਥੇ ਗੁਰੂ ਘਰ ਹੈ। ਉਹਨੇ ਕੀ ਕਰਨਾ ਕੀਤਾ, ਜਦੋਂ ਨਗਰ ਦੇ ਵਿੱਚ ਪਹੁੰਚਿਆ ਤੇ ਸਤਕਾਰ ਵਜੋਂ ਤੁਰੰਤ ਉਹ ਘੋੜੇ ਤੋਂ ਉਤਰ ਕੇ ਆਇਆ, ਬਹੁ ਭਇਓ ਹੱਥ ਜੋੜ ਕਰਕੇ ਬਹੁਤ ਨਿਮਰਤਾ ਦੇ ਵਿੱਚ ਆ ਕਰਕੇ ਚਰਨ ਸਪਰਸ਼ਨ ਕਰ ਕਰ ਸੰਗ, ਜਾ ਕਰਕੇ ਬਾਬਾ ਰਾਮ ਕੁਵੇੜ ਜੀ ਦੇ ਚਰਨ ਸਪਰਸ਼ ਕਰਨੇ ਕੀਤੇ। ਬੰਧਨ ਕੀਨ ਤਰਸਤ ਮਨ ਭੰਗ, ਮਨ ਜਿਹੜਾ ਸੀ ਬੜਾ ਭੰਗ ਹੋਇਆ ਹੋਇਆ, ਭਾਵ ਕਿ ਮਨ ਕਰਕੇ ਖੁਸ਼ ਨਹੀਂ ਹੈ, ਕਿਉਂਕਿ ਇਹਦੀਆਂ ਫੌਜਾਂ ਨੇ ਗੁਰੂ ਘਰ ਨੂੰ ਲੁੱਟਣਾ ਕੀਤਾ, ਬੜਾ ਇਹਨਾਂ ਨੇ ਗਲਤ ਕੰਮ ਕੀਤਾ, ਇਸ ਕਰਕੇ ਮਨ ਕਰਕੇ ਡਰਿਆ ਹੋਇਆ ਸੀ। ਫਿਰ ਵੀ ਬਾਬਾ ਰਾਮ ਕੁਵੇੜ ਜੀ ਦੇ ਚਰਨਾਂ ਵਿੱਚ ਆ ਕਰਕੇ ਮੁਖ ਤੇ ਸਰਾਪ ਦੇਹ ਕਛ ਨਾਹੀ, ਇਹ ਆਪਣੇ ਮਨ ਦੇ ਵਿੱਚ ਇਹੀ ਸੋਚਦਾ ਕਿ ਜੇ ਭਾਈ ਬਾਬਾ ਜੀ ਨੂੰ ਪਤਾ ਚੱਲ ਗਿਆ ਕਿ ਭਾਈ ਇਹਨਾਂ ਦੀਆਂ ਫੌਜਾਂ ਆਈਆਂ ਸੀ ਤੇ ਇਹਨਾਂ ਦੇ ਬੰਦਿਆਂ ਨੇ ਲੁੱਟ ਕੇ ਲੈ ਕੇ ਜਾਣਾ ਕੀਤਾ, ਤੇ ਕਿੱਥੇ ਮਤਾ ਕਿਤੇ ਬਾਬਾ ਜੀ ਮੁਖੋਂ ਮੈਨੂੰ ਕੋਈ ਸ਼ਰਾਪ ਨਾ ਦੇ ਦੇਣ, ਕਿਉਂਕਿ ਇਹਨਾਂ ਦਾ ਬਚਨ ਜਿਹੜਾ ਵਿਅਰਥ ਨਹੀਂ ਜਾਵੇਗਾ। ਜੇ ਇਹਨਾਂ ਨੇ ਕੋਈ ਬਚਨ ਕਰ ਦਿੱਤਾ ਤੇ ਉਹ ਬਚਨਾ ਕਰਕੇ ਮੈਂ ਖਤਮ ਹੋ ਜਾਵਾਂਗਾ, ਢਹਿਰੀ ਹੋ ਜਾਵਾਂਗਾ। ਕਿਉਂਕਿ ਪਿਆਰਿਓ ਅਕਸਰ ਆਪਾਂ ਵੇਖਦੇ ਆ, ਕਿਉਂਕਿ ਆ ਸੂਬੇਦਾਰ ਜਿਹੜਾ ਸੀ, ਬੇਸ਼ੱਕ ਇਹਨੇ ਤਾਂ ਨਹੀਂ ਲੁੱਟਣਾ ਕੀਤਾ, ਇਹਨੇ ਤਾਂ ਪਿਆਰਿਓ ਮਾਰ ਧਾੜ ਨਹੀਂ ਮਚਾਈ ਹੈ, ਨਾਲ ਇਹਨੇ ਇਹ ਵੀ ਤਾਂ ਨਹੀਂ ਕਿਹਾ ਸੀ ਆਪਣੇ ਬੰਦਿਆਂ ਨੂੰ ਜਾਓ ਭਾਈ ਲੁੱਟ ਕੇ ਲੈ ਕੇ ਆਓ। ਲੇਕਿਨ ਕੀ ਹੁੰਦਾ ਪਿਆਰਿਓ, ਵੱਡੇ ਜਿਹੜੇ ਹਨ ਉਹਨਾਂ ਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ ਹੈ। ਹਾਂ, ਉਹਨਾਂ ਦੇ ਥੱਲੜੇ ਜਿਹੜੇ ਹੁੰਦੇ ਹਨ, ਕੋਈ ਬੰਦਾ ਜਿਹੜਾ, ਕੋਈ ਵਿਅਕਤੀ ਜਿਹੜਾ ਹੈ, ਕੋਈ ਅਧਿਕਾਰੀ ਕੋਈ ਗਲਤ ਕੰਮ ਕਰਦਾ, ਉਹ ਤਾਂ ਪਿਆਰਿਓ ਪਾਪ ਦਾ ਭਾਗੀ ਹੁੰਦਾ, ਲੇਕਿਨ ਜ਼ਿੰਮੇਵਾਰੀ ਹੈ ਵੱਡਿਆਂ ਦੇ ਉੱਤੇ ਆ ਕਰਕੇ ਬਣ ਜਾਂਦੀ ਹੈ। ਕਿਉਂਕਿ ਵੱਡੇ ਜਿਹੜੇ ਹੁੰਦੇ ਹਨ ਉਹਨਾਂ ਦਾ ਪ੍ਰਬੰਧ ਚਾਹੀਦਾ। ਇਸ ਕਰਕੇ ਕਈ ਵਾਰੀ ਆਪਾਂ ਵੇਖਦੇ ਹਾਂ ਸਰਕਾਰੀ ਮਹਿਕਮਿਆਂ ਦੇ ਵਿੱਚ ਵੀ, ਕਿਸੇ ਮਹਿਕਮੇ ਦੇ ਵਿੱਚ ਕੋਈ ਅਧਿਕਾਰੀ ਜਿਹੜਾ ਘਪਲਾ ਕਰਦਾ ਜਾਂ ਕੋਈ ਮਾਇਆ ਚੁਰਾਉਂਦਾ ਹੈ, ਤੇ ਫਿਰ ਪਿਆਰਿਓ ਗਾਜ ਜਿਹੜੀ ਹੈ ਨਿੱਕਿਆਂ ਦੇ ਉੱਤੇ ਨਹੀਂ ਗਿਰਦੀ ਹੈ, ਵੱਡਿਆਂ ਦੇ ਉੱਤੇ ਗਿਰਦੀ ਹੈ। ਸਾਰੇ ਕਹਿੰਦੇ ਹਨ ਕਿ ਭਾਈ ਤੇਰੇ ਹੱਥ ਦੇ ਥੱਲੇ ਜਿਹੜੇ ਬੰਦਿਆਂ ਨੇ ਕੀਤਾ, ਤੂੰ ਕੀ ਕਰ ਰਿਹਾ ਸੀ, ਤੇਰੀ ਜ਼ਿੰਮੇਵਾਰੀ ਬਣਦੀ ਹੈ। ਬੇਸ਼ੱਕ ਪਿਆਰਿਓ ਸੂਬੇਦਾਰ ਨੇ ਤਾਂ ਇਹ ਕੰਮ ਨਹੀਂ ਕੀਤਾ, ਗਲਤ ਕੰਮ, ਲੇਕਿਨ ਉਹਦੀਆਂ ਫੌਜਾਂ ਨੇ ਕਰਨਾ ਕੀਤਾ। ਲੇਕਿਨ ਸ਼ਰਾਬ ਜੇ ਦੇ ਦਿੱਤਾ ਤੇ ਪਿਆਰਿਓ ਸ਼ਰਾਬ ਇਹਨੂੰ ਵੀ ਲੱਗਣਾ ਸੀ, ਕਿਉਂਕਿ ਇਹਦੀ ਜ਼ਿੰਮੇਵਾਰੀ ਬਣਦੀ
ਇਸ ਕਰਕੇ ਮਨ ਦੇ ਵਿੱਚ ਬੜਾ ਭੈ ਭੀਤ ਹੈ। ਖਰਿਓ ਰਹਿਓ ਡਰ ਤਰ ਉਰ ਮਾਹੀ। ਮਨ ਦੇ ਵਿੱਚ ਬਹੁਤ ਜ਼ਿਆਦਾ ਡਰ ਹੈ, ਭੈ ਭੀਤ ਹੋ ਕਰਕੇ ਹੱਥ ਜੋੜ ਕੇ ਖੜੋਤਾ ਹੋਇਆ ਹੈ। ਸਹਿਜ ਸੁਭਾਏ ਰਹੇ ਸੋ ਬੈਸੇ। ਸਹਿਜ ਸੁਭਾਏ ਆ ਕਰਕੇ ਬਾਬਾ ਰਾਮਕੋਇੜ ਜੀ ਦੇ ਲਾਗੇ ਬੈਠ ਗਿਆ। ਤਿਨ ਕੋ ਬਾਕ ਨਾ ਭਾਖਿਓ ਕੈਸੇ। ਤੇ ਬਾਬਾ ਜੀ ਨੇ ਉਹਦੇ ਤਾਈਂ ਕੋਈ ਬਚਨ ਨਹੀਂ ਕੀਤਾ। ਇਹ ਨਹੀਂ ਕਿਹਾ ਕਿ ਭਾਈ ਆ ਵੱਡਾ ਕੋਈ ਆਇਆ ਜੀ ਸੂਬੇਦਾਰ, ਕਿਉਂਕਿ ਸੂਬੇਦਾਰ ਦਾ ਮਤਲਬ ਪਿਆਰਿਓ ਅਜੋਕੇ ਜ਼ਮਾਨੇ ਦੇ ਵਿੱਚ ਜਿਹਨੂੰ ਆਪਾਂ ਮੁੱਖ ਮੰਤਰੀ ਦੇ ਰੈਂਕ ਦਾ ਕਹਿ ਸਕਦੇ ਆ। ਇੰਨਾ ਵੱਡਾ ਪਿਆਰਿਓ ਲਾਹੌਰ ਦਾ ਸੂਬੇਦਾਰ ਭਾਵ ਕਿ ਉਹ ਇਲਾਕੇ ਦਾ ਮੁੱਖ ਮੰਤਰੀ ਸੀ। ਅੱਜ ਦੇਖੋ ਕੋਈ ਨਿੱਕਾ ਜਿਹਾ ਵੀ ਅਧਿਕਾਰੀ ਆਵੇ ਤੇ ਕਈ ਵਾਰੀ ਆਪਾਂ ਅੱਗੇ ਪਿੱਛੇ ਦੌੜਦੇ ਆ, ਲੇਕਿਨ ਜਿਹੜੇ ਮਹਾਂਪੁਰਖ ਹੁੰਦੇ ਪਿਆਰਿਓ ਉਹਨਾਂ ਨੂੰ ਕੋਈ ਚੀਜ਼ ਦੀ ਪਰਵਾਹ ਨਹੀਂ ਹੁੰਦੀ ਹੈ। ਇੰਨਾ ਵੱਡਾ ਜਿਹੜਾ ਮੁੱਖ ਮੰਤਰੀ ਦਾ, ਕਿਉਂਕਿ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ ਸੂਬੇਦਾਰ ਕਿਹਾ ਜਾਂਦਾ ਸੀ। ਲੇਕਿਨ ਅਜੋਕੀ ਜ਼ਮਾਨੇ ਦੇ ਵਿੱਚ ਭਾਸ਼ਾ ਦੇ ਵਿੱਚ ਕਈ ਵਾਰੀ ਕਈਆਂ ਨੂੰ ਲੱਗਦਾ ਕਿ ਸੂਬੇਦਾਰ ਕੀ ਹੈ, ਤੇ ਉਹਨਾਂ ਨੂੰ ਸਮਝਾਉਣ ਦੇ ਵਾਸਤੇ ਕਹਿਣਾ ਪੈਂਦਾ ਜਿਸ ਤਰ੍ਹਾਂ ਕਿ ਭਾਈ ਅਜੋਕਾ ਮੁੱਖ ਮੰਤਰੀ ਹੁੰਦਾ ਹੈ, ਇਸ ਤਰ੍ਹਾਂ ਹੀ ਉਹ ਉਹਨਾਂ ਜ਼ਮਾਨਿਆਂ ਦਾ ਤੁਸੀਂ ਮੁੱਖ ਮੰਤਰੀ ਉਹਨੂੰ ਜਾਣਨਾ ਕਰੋ। ਜਬ ਹੈ ਖਾਨ ਜਾਨੀ ਮਨ ਮਾਹੇ। ਜਦੋਂ ਖਾਨ ਨੂੰ ਇਸ ਗੱਲ ਦਾ ਮਨ ਵਿੱਚ ਪਤਾ ਚੱਲਿਆ, ਬਿਨਾ ਬੁਲਾਏ ਬੇਲਹਿ ਨਾਹੇ। ਬੋਲੇ ਨਾ ਹੈ, ਉਹਨੂੰ ਲੱਗਿਆ ਕਿ ਭਾਈ ਮਹਾਂਪੁਰਖ ਹਨ, ਜਦੋਂ ਤੱਕ ਮੈਂ ਨਹੀਂ ਬੋਲਾਂਗਾ ਮਹਾਂਪੁਰਖਾਂ ਨੇ ਕੋਈ ਬਚਨ ਨਹੀਂ ਕਰਨਾ। ਭਾਵੇਂ ਜੋ ਮਰਜ਼ੀ ਕਿੰਨਾ ਕੁ ਚਿਰ ਉਹ ਬੈਠਿਆ ਰਿਹਾ ਕਿ ਮਹਾਂਪੁਰਖ ਕੋਈ ਬਚਨ ਕਰਨਗੇ, ਭਾਈ ਕਿਉਂ ਆਇਆ, ਕੀ ਗੱਲ ਹੈ ਕਰਕੇ। ਫਿਰ ਉਹਨੂੰ ਪਤਾ ਚੱਲਿਆ ਕਿ ਮਹਾਂਪੁਰਖ ਹਨ ਭਾਈ, ਤੇ ਜਦੋਂ ਤੱਕ ਮੈਂ ਨਹੀਂ ਬੋਲਾਂਗਾ ਉਦੋਂ ਤੱਕ ਇਹਨਾਂ ਨੇ ਕੋਈ ਬਚਨ ਨਹੀਂ ਕਰਨਾ। ਬਹੁਤ ਦੀਨਤਾ ਸਾਥ ਬਖਾਨੀ। ਫਿਰ ਸੂਬੇਦਾਰ ਨੇ ਬਹੁਤ ਮਨ ਦੇ ਵਿੱਚ ਦੀਨਤਾ ਦੇ ਨਾਲ ਬਚਨ ਕੀਤਾ। ਮੋਹੇ ਬੇਖਬਰੀ ਤੇ ਕ੍ਰਿਤ ਠਾਨੀ। ਕਹਿਣ ਭਈ ਅਵਗਿਆ ਅਧਿਕ ਤੁਮਾਰੀ। ਤੁਹਾਡੀ ਬਹੁਤ ਜ਼ਿਆਦੀ ਮੇਰੇ ਬੰਦਿਆਂ ਨੇ ਅਵਗਿਆ ਕਰਨੀ ਕੀਤੀ। ਤੁਰਕ ਅਜਾਨ ਨਾ ਕੀਨ ਚਿਨਾਰੀ। ਇਹ ਅਜਾਨ ਤੁਰਕਾਂ ਨੇ ਤੁਹਾਡੀ ਪਹਿਚਾਣ ਨਹੀਂ ਕੀਤੀ ਹੈ, ਕਿਉਂਕਿ ਇਹਨਾਂ ਨੂੰ ਪਹਿਚਾਨਣਾ ਚਾਹੀਦਾ ਕਿੱਥੇ ਹੱਥ ਪਾਉਣਾ ਕਿੱਥੇ ਨਹੀਂ ਪਾਉਣਾ। ਮਿਲ ਮੂਰਖ ਇਕੱਠੇ ਹੋਏ ਆਏ। ਇਹ ਸਾਰੇ ਮੂਰਖਾਂ ਦਾ ਟੋਲਾ ਜਿਹੜਾ ਇਕੱਤਰ ਹੋ ਕਰਕੇ ਇਹ ਤੁਹਾਡੇ ਵੱਲ, ਤੁਹਾਡੇ ਨਗਰ ਨੂੰ, ਤੁਹਾਡੇ ਡੇਰੇ ਨੂੰ ਲੁੱਟਣ ਵਾਸਤੇ ਆ ਪਏ। ਜਿਨਹੁ ਅਖਾਜ ਖਾਜ ਲਖ ਪਾਏ। ਜਿਨਹੁ ਅਖਾਜ ਖਾਜ ਲਖ ਪਾਏ, ਭਾਵ ਕਿ ਅਖਾਜ ਖਾਜ ਦਾ ਮਤਲਬ ਜੋ ਪਿਆਰਿਓ ਨਹੀਂ ਖਾਣ ਵਾਲੀ ਵਸਤੂ ਨੂੰ ਖਾਣਾ, ਉਹਨੂੰ ਕਹਿੰਦੇ ਕਿ ਭਾਈ ਅਖਾਜ ਖਾਜੰਗ ਬੋਲ ਕੇ, ਇੱਕ ਭਾਈ ਨਹੀਂ ਛਕਣ ਵਾਲੀ ਵਸਤੂ ਹੈ ਉਹਨੂੰ ਛਕ ਲੈਣਾ। ਇਸ ਤਰ੍ਹਾਂ ਅਕ੍ਰਿਤ ਨੂੰ ਕ੍ਰਿਤ ਕਰਨਾ, ਜਿਹੜਾ ਕੰਮ ਨਹੀਂ ਕਰਨਾ ਚਾਹੀਦਾ ਉਹ ਕੰਮ ਇਹਨਾਂ ਨੇ ਕੀਤਾ। ਭਾਵ ਕਿ ਸੂਬੇ ਦਾ ਇਹ ਬਚਨ ਸੀ ਕਿ ਮੇਰੇ ਬੰਦਿਆਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ, ਫਿਰ ਵੀ ਮਹਾਂਪੁਰਖੋ ਉਹਨਾਂ ਨੇ ਕੰਮ ਕਰਨਾ ਕੀਤਾ। ਬੜਾ ਇਹਨਾਂ ਨੇ ਪਾਪ ਕੀਤਾ। ਲੂਟੇ ਗ੍ਰਾਮਰ ਧਾਮ ਤੁਮਾਰੇ। ਇਹਨਾਂ ਨੇ ਸਾਰਾ ਤੁਹਾਡਾ ਨਗਰ ਜਿਹੜਾ ਰਮਦਾਸ ਤੇ ਤੁਹਾਡਾ ਘਰ ਵੀ ਜਿਹੜਾ ਗੁਰੂ ਘਰ ਨੂੰ ਲੁੱਟਣਾ ਕੀਤਾ। ਸਭ ਸਜਾਏ ਕੇ ਉਚਿਤ ਵਿਚਾਰੇ। ਮੈਂ ਤਾਂ ਹੁਣ ਵਿਚਾਰ ਕਰਦਾ ਇਹਨਾਂ ਨੂੰ ਛੱਡਣਾ ਨਹੀਂ ਹੈ, ਇਹਨਾਂ ਨੂੰ ਸਾਰਿਆਂ ਨੂੰ ਮੈਂ ਸਜ਼ਾ ਦੇਣੀ ਹੈ। ਆਪ ਕਿਰਪਾ ਕਰਕੇ ਫਰਮਾਵੋ। ਲੇਕਿਨ ਮਹਾਂਪੁਰਖੋ ਇਹ ਤੁਹਾਡੇ ਗੁਨਾਹਗਾਰ ਹਨ, ਆਪ ਜੀ ਕਿਰਪਾ ਕਰਕੇ ਫਰਮਾਨ ਕਰਨਾ ਕਰੋ। ਗਈ ਵਸਤ ਜੋ ਸਗਲ ਬਤਾਵੋ। ਆਪ ਜੀ ਦੱਸਣਾ ਕਰੋ ਕਿ ਤੁਹਾਡੇ ਡੇਰੇ ਦੇ ਵਿੱਚੋਂ, ਗੁਰੂ ਘਰ ਦੇ ਵਿੱਚੋਂ ਕਿਹੜੀ ਕਿਹੜੀ ਵਸਤੂ ਗਈ ਹੈ। ਕਰ ਕਰ ਕੈਦ ਸਭਨ ਕੋ ਲੇਵਾਂ। ਮੈਂ ਇਹਨਾਂ ਬੰਦਿਆਂ ਨੂੰ ਫੜ ਕਰਕੇ ਕੈਦ ਵਿੱਚ ਪਾ ਦਵਾਂਗਾ, ਤੇ ਫਿਰ ਤੁਸੀਂ ਲਿਸਟ ਬਣਾ ਕਰਕੇ ਦੇ ਦਿਓ ਕਿਹੜੀ ਤੁਹਾਡੀ ਵਸਤੂ ਗਈ, ਉਹ ਉਹਨਾਂ ਤੋਂ ਜ਼ਬਤ ਕਰਕੇ ਮੈਂ ਤੁਹਾਡੇ ਹਵਾਲੇ ਕਰ ਦੇਣਾ ਹੈ। ਕਿਉਂਕਿ ਪਿਆਰਿਓ ਆਪਨੇ ਵੇਖਿਆ ਹੋਵੇਗਾ ਹੁਣ ਵੀ ਜਦੋਂ ਚੋਰੀਆਂ ਹੁੰਦੀਆਂ, ਜਿਨ੍ਹਾਂ ਦੇ ਘਰ ਦੇ ਵਿੱਚ ਚੋਰੀ ਹੋ ਜਾਵੇ, ਪੁਲਿਸ ਵਾਲੇ ਜਿਹੜੇ ਉਹਨੂੰ ਪੁੱਛਦੇ ਕਿ ਭਾਈ ਤੂੰ ਦੱਸ ਤੇਰੇ ਘਰ ਦੇ ਵਿੱਚ ਕਾਦੀ ਕਾਦੀ ਚੋਰੀ ਹੋਈ ਹੈ। ਉਹ ਫਿਰ ਪਿਆਰਿਓ ਲਿਸਟ ਬਣਾ ਕਰਕੇ ਦਿੰਦਾ ਕਿ ਆ ਵੀ ਸੀ ਇੰਨੀ ਮਾਇਆ, ਇਹ ਗਹਿਣੇ ਗੱਟੇ ਚੋਰੀ ਹੋਏ, ਆ ਕਾਗਜ਼ ਪੱਤਰ, ਆ ਗੱਡੀ ਚੋਰੀ ਹੋਈ ਹੈ। ਉਹ ਸਾਰੀ ਲਿਖਤ ਬਣਾ ਕਰਕੇ ਦੇ ਦਿੰਦੇ। ਇਸ ਤਰ੍ਹਾਂ ਹੀ ਉਹ ਹਾਕਮ ਕਹਿੰਦਾ ਕਿ ਬਾਬਾ ਜੀ ਤੁਸੀਂ ਵੀ ਲਿਖਤ ਬਣਾ ਕਰਕੇ ਦੇ ਦਿਓ
ਕੀ ਕੁਛ ਤੁਹਾਡਾ ਗਿਆ ਉਹ ਸਾਰਾ ਮੈਂ ਇਹਨਾਂ ਤੋਂ ਜ਼ਬਤ ਕਰਵਾ ਕਰਕੇ ਵਾਪਸ ਗੁਰੂ ਘਰ ਦੇ ਵਿੱਚ ਪਹੁੰਚਾਉਣਾ ਹੈ। ਜੋ ਕੁਛ ਗਈ ਕਹੋ ਸੋ ਦੇਵਾਂ, ਜੋ ਕੁਛ ਤੁਹਾਡੀ ਵਸਤੂ ਗਈ ਹੈ ਮੈਂ ਉਹਨਾਂ ਤੋਂ ਖੋ ਕਰਕੇ ਆਪ ਜੀ ਨੂੰ ਦੇ ਦੇਣਾ। ਆਪਣੀ ਸ਼ਰਨ ਭਰਿਓ ਮੁਝ ਜਾਨ, ਕਿਰਪਾ ਕਰੋ ਮਹਾਰਾਜ ਮੈਂ ਤੁਹਾਡੀ ਸ਼ਰਨ ਪਿਆ ਹੋਇਆ ਹਾਂ, ਮਤਾ ਕਿਤੇ ਕੋਈ ਮੇਰੇ ਵੱਲ ਸ਼ਰਾਬ ਦਾ ਬਚਨ ਉਚਾਰਨ ਨਾ ਕਰਨਾ ਕਰੋ। ਛਿਮਾ ਕਰਹੁ ਅਪਰਾਧ ਮਹਾ, ਬੇਸ਼ੱਕ ਬਹੁਤ ਵੱਡਾ ਅਪਰਾਧ ਹੋਇਆ, ਮੈਨੇ ਤਾਂ ਨਹੀਂ ਕਰਨਾ ਕੀਤਾ, ਮੇਰੇ ਬੰਦਿਆਂ ਨੇ ਕੀਤਾ, ਲੇਕਿਨ ਜ਼ਿੰਮੇਵਾਰੀ ਮੇਰੀ ਬਣਦੀ ਹੈ। ਇਹੀ ਤਾਂ ਪਿਆਰਿਓ ਗੱਲ ਹੁੰਦੀ ਹੈ ਕਿ ਜ਼ਿੰਮੇਵਾਰੀ ਵੱਡੇ ਬਣਨਾ ਕੋਈ ਸੌਖੀ ਗੱਲ ਥੋੜੀ ਹੈ। ਜਦੋਂ ਆਪਾਂ ਵੱਡੇ ਬਣ ਜਾਂਦੇ ਆ ਤੇ ਜਦੋਂ ਵੱਡਾ ਬੰਦਾ ਬਣ ਜਾਵੇ ਤੇ ਫਿਰ ਜ਼ਿੰਮੇਵਾਰੀ ਵੀ ਉਨੀ ਵੱਡੀ ਹੁੰਦੀ ਹੈ। ਜਿੰਨਾ ਵੱਡਾ ਮਹਿਕਮਾ ਹੋਵੇ ਉਹਨਾਂ ਦੇ ਹੇਠ ਕੋਈ ਗਲਤ ਕੰਮ ਹੁੰਦਾ ਤੇ ਪਿਆਰਿਓ ਆਮ ਲੋਕਾਂ ਨੂੰ ਜਿਹੜੇ ਹਨ ਛੋਟੇ ਮੋਟੇ ਸਿਪਾਹੀਆਂ ਨੂੰ ਨੌਕਰਾਂ ਨੂੰ ਕੋਈ ਨਹੀਂ ਪੁੱਛਦਾ। ਉਹ ਤਾਂ ਕਹਿੰਦੇ ਜੀ ਇਹ ਤਾਂ ਨੌਕਰ ਹਨ, ਇਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ। ਵੱਡੇ ਜਿਹੜੇ ਹੁੰਦੇ ਹਨ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਇਸ ਕਰਕੇ ਆਪ ਇੱਕ ਗੱਲ ਨੋਟ ਕਰਨਾ ਕਰੋ ਤੇ ਕਈ ਵਾਰੀ ਜਦੋਂ ਮਾਰ ਕੇ ਮਾਰਦੇ ਹਨ ਤੇ ਉਸ ਵੇਲੇ ਸਿਰੋਂ ਪਾ ਵੀ ਵੱਡਿਆਂ ਨੂੰ ਪੈਂਦੇ, ਕਿਉਂਕਿ ਕੰਮ ਤਾਂ ਵੱਡੇ ਜ਼ਿਆਦਾ ਥੋੜੀ ਕਰਦੇ। ਕਦੇ ਆਪਨੇ ਵੇਖਿਆ ਕਿ ਕੋਈ ਅਧਿਕਾਰੀ ਕੋਈ ਮੰਤਰੀ ਜਿਹੜਾ ਹੈ ਬੇਸ਼ੱਕ ਪਿਆਰਿਓ ਕੰਮ ਉਹਨੇ ਕਰਾਉਣਾ ਕੀਤਾ, ਉਹ ਤੋਂ ਕੰਮ ਹੁੰਦਾ, ਲੇਕਿਨ ਆਪ ਥੋੜੀ ਕੰਮ ਕਰਦਾ। ਕੋਈ ਸੜਕ ਬਣਾਉਣੀ ਹੋਵੇ, ਕੋਈ ਵੱਡਾ ਇਮਾਰਤ ਬਣਾਉਣੀ ਹੋਵੇ, ਉਹ ਆਪ ਥੋੜੀ ਬਣਾਉਂਦਾ, ਆਪ ਮਿਸਤਰੀ ਥੋੜੀ ਲੱਗਦਾ। ਕੰਮ ਤਾਂ ਮਿਸਤਰੀ ਕਰਦੇ, ਲੇਕਿਨ ਜ਼ਿੰਮੇਵਾਰੀ ਇਹਦੀ ਹੁੰਦੀ ਹੈ। ਜਦੋਂ ਵਧੀਆ ਕੰਮ ਹੋ ਜਾਵੇ ਤੇ ਸਰੋਪੇ ਵੀ ਉਹਨੂੰ ਪੈਂਦੇ, ਜਦੋਂ ਉਹਦੇ ਵਿੱਚ ਭ੍ਰਸ਼ਟਾਚਾਰ ਹੋਵੇ, ਗਲਤ ਕੰਮ ਹੋ ਜਾਣ ਤੇ ਛਿੱਤਰ ਵੀ ਪਿਆਰਿਓ ਵੱਡੇ ਨੂੰ ਵੱਜਦੇ ਹਨ, ਨਿੱਕੇ ਤਾਂ ਭੱਜ ਜਾਂਦੇ। ਬਹੁਤ ਵੱਡੀ ਬਹੁਤ ਇਹ ਔਖਿਆਈ ਦੀ ਗੱਲ ਹੈ। ਇਹਨੇ ਕਿਹਾ ਬੇਸ਼ੱਕ ਗਲਤੀ ਮੇਰੀ ਤਾਂ ਨਹੀਂ ਹੈ, ਲੇਕਿਨ ਮੇਰੇ ਬੰਦਿਆਂ ਨੇ ਕਰਨਾ ਕੀਤਾ, ਦੋਸ਼ ਤਾਂ ਮੈਨੂੰ ਵੀ ਲੱਗੇਗਾ। ਕਿਰਪਾ ਕਰੋ ਬਾਬਾ ਜੀ ਮੈਨੂੰ ਮਾਫ ਕਰ ਦੇਣਾ ਕਰੋ। ਸੁਨੇ ਖਾਨ ਕੇ ਬਾਕਸੋ ਕਾ, ਸੁਣ ਕਰਕੇ ਬਾਬਾ ਜੀ ਨੇ ਜਦੋਂ ਕੰਨ ਦੇ ਕਰਕੇ ਖਾਨਜ਼ਾਦੇ ਦੇ ਬਚਨ ਸੁਣਨਾ ਕੀਤਾ। ਦੀਨ ਮਨਾ ਜਿਉ ਕਰਤ ਬਖਾ, ਜਿਸ ਤਰ੍ਹਾਂ ਕਿ ਕੋਈ ਬੰਦਾ ਦੀਨ ਹੋ ਕਰਕੇ ਨਿਮਾਣਾ ਬਣ ਕਰਕੇ ਬੇਨਤੀ ਕਰਦਾ, ਇੰਨਾ ਵੱਡਾ ਪਿਆਰਿਓ ਉੱਚ ਅਧਿਕਾਰੀ ਹੈ, ਮੁੱਖ ਮੰਤਰੀ ਦੀ ਰੈਂਕ ਦਾ ਬੰਦਾ ਇੰਨੀ ਨਿਮਰਤਾ ਦੇ ਵਿੱਚ ਬਚਨ ਕਰ ਰਿਹਾ, ਬਾਬਾ ਜੀ ਨੇ ਵੇਖਿਆ। ਊਚੋ ਮੁਖ ਕਰ ਨੈਣ ਉਘਾਰੇ, ਫਿਰ ਬਾਬਾ ਜੀ ਸਦਾ ਪਿਆਰਿਓ ਅੱਖਾਂ ਬੰਦ ਹੁੰਦੀਆਂ ਸਨ ਤੇ ਨੀਵੀਆਂ ਪਾ ਕਰਕੇ ਰੱਖਦੇ। ਦੇਖੋ ਸੁਰਤੀ ਦੇ ਵਿੱਚ ਪਿਆਰਿਓ ਇੱਕ ਤਸਵੀਰ ਜਦੋਂ ਆਪਾਂ ਕਥਾ ਕਰਦੇ ਆ ਉਹਨਾਂ ਦਾ ਦ੍ਰਿਸ਼ਟਾਂਤ ਦਿੰਦੇ ਆ, ਜੇ ਆਪਾਂ ਸੁਰਤੀ ਉਸ ਵੱਲ ਲੈ ਕੇ ਜਾਈਏ ਤਾਂ ਖੁਦ ਬਾ ਖੁਦ ਪਿਆਰਿਓ ਇੱਕ ਤਸਵੀਰ ਜਿਹੜੀ ਹੈ ਮਨ ਵਿੱਚ ਬਣ ਜਾਂਦੀ ਕਿ ਕਿਹੋ ਜੀ ਅਵਸਥਾ ਹੋਵੇਗੀ ਬਾਬਾ ਜੀ ਦੀ। ਐਨ ਪਿਆਰਿਓ ਤਗੜਾ ਸਰੀਰ ਹੈ, ਸਰੀਰ ਕਰਕੇ ਬਾਬਾ ਜੀ ਥੋੜੇ ਤਗੜੇ ਸਨ ਤੇ ਦਾੜਾ ਜਿਹੜਾ ਦੁੱਧ ਵਰਗਾ ਚਿੱਟਾ, ਉਹਨਾਂ ਦੀਆਂ ਭੌਹਾਂ ਵੀ ਜਿਹੜੀਆਂ ਹਨ ਉਹ ਵੀ ਚਿੱਟੀਆਂ ਹੋ ਗਈਆਂ ਤੇ ਭੌਂ ਜਿਹੜੇ ਹਨ ਬੜੇ ਲੰਬੇ ਸਨ, ਪਲਕ ਵੀ ਬੜੇ ਲੰਬੇ, ਕੇਸ ਬੜੇ ਲੰਬੇ ਸਨ ਉਹਨਾਂ ਦੇ ਤੇ ਕਈ ਵਾਰੀ ਕੇਸ ਜਿਹੜੇ ਥੱਲੇ ਨੂੰ ਆ ਜਾਂਦੇ ਤੇ ਕਦੇ ਤਾਂ ਕਰਕੇ ਵੇਖਣਾ ਨਾ ਤੇ ਬਾਬਾ ਜੀ ਕੀ ਕਰਿਆ ਕਰਦੇ, ਆਪਣੀਆਂ ਭੌਹਾਂ ਨੂੰ ਐ ਉਠਾ ਕਰਕੇ ਵੇਖਦੇ ਸਨ ਕਿ ਭਾਈ ਕੀ ਗੱਲ ਹੈ। ਤੇ ਫਿਰ ਜਦੋਂ ਭੌਹਾਂ ਨੂੰ ਛੱਡ ਦਿੰਦੇ ਤੇ ਫਿਰ ਭਰਵੱਟਿਆਂ ਦੇ ਕੇਸ ਜਿਹੜੇ ਹੇਠਾਂ ਨੂੰ ਆ ਜਾਂਦੇ ਹਨ। ਇੰਜ ਬਾਬਾ ਜੀ ਨੇ ਤਾਂ ਚੱਕ ਕਰਕੇ ਭੌਹਾਂ ਨੂੰ ਤਾਂ ਚੁੱਕ ਕਰਕੇ ਵੇਖਣਾ ਕੀਤਾ ਕਿ ਕੌਣ ਆਇਆ, ਕੀ ਬੋਲਦਾ ਕਰਕੇ। ਪਿਖੇ ਤੁਰਕ ਗਨ ਖਰੇ ਅਗਾਰੇ, ਕੀ ਤੱਕਦੇ ਬਾਬਾ ਜੀ ਕੇ ਅੱਗੇ ਤਾਂ ਬਹੁਤ ਜ਼ਿਆਦੇ ਤੁਰਕ ਜਿਹੜੇ ਖੜੋਤੇ ਹੋਏ। ਬ੍ਰਿੰਦ ਤੁਰੰਗ ਮਤੰਗਨ ਬਾਹਰ, ਉਹਨਾਂ ਦੇ ਨਾਲ ਬਹੁਤ ਸਾਰੇ ਘੋੜੇ ਹਾਥੀਆਂ ਨੂੰ ਵੀ ਲੈ ਕੇ ਆਉਣਾ ਕੀਤਾ। ਉਠਤ ਸ਼ਬਦ ਸੁਨੀਅਤ ਗਨ ਜ਼ਾਹਰ, ਬਹੁਤ ਉਹਨਾਂ ਦੇ ਸ਼ਬਦ ਉੱਠ ਰਹੇ ਕਿਤੇ ਘੋੜੇ ਜਿਹੜੇ ਹਨ ਹਿਣਕਦੇ ਹਨ, ਹਾਥੀ ਚਿੰਗਾੜੇ ਮਾਰਦੇ। ਖਾਨ ਦਿਸ਼ਾ ਅਵਲੋਕਨ ਕੀ, ਫਿਰ ਬਾਬਾ ਜੀ ਨੇ ਖਾਨ ਦੇ ਵੱਲ ਜਦੋਂ ਨਿਗਾਹ ਤੱਕ ਕਰਕੇ ਵੇਖਣਾ ਕੀਤਾ। ਬੋਲਿਓ ਰਾਮ ਕੁਇਰ ਪਰਬੀਨ, ਬਾਬਾ ਰਾਮ ਕੁਇਰ ਜੀ ਜੋ ਬਹੁਤ ਪ੍ਰਬੀਨ ਹਨ, ਸਮਝਦਾਰ, ਉਹਨਾਂ ਨੇ ਬਚਨ ਕੀਤਾ ਹੈ। ਹਮਰੋ ਕਸ਼ੂ ਨਾ ਕਿਤ ਤੇ ਗਇਓ, ਜਦੋਂ ਤੁਰਕ ਨੇ ਕਿਹਾ, ਉਸ ਸੂਬੇ ਨੇ ਕਿਹਾ ਨਾ ਬਾਬਾ ਜੀ ਸਾਡੇ ਬੰਦਿਆਂ ਨੇ ਤੁਹਾਡਾ ਡੇਰਾ ਲੁੱਟ ਕੇ ਲੈ ਕੇ ਜਾਣਾ ਕੀਤਾ, ਆਪ ਜੀ ਦੱਸੋ ਲਿਖਤ ਬਣਾ ਕੇ ਦਿਓ ਕੀ ਕੁਛ ਗਿਆ ਤੁਹਾਡੇ ਡੇਰੇ ਦਾ। ਤੇ ਬਾਬਾ ਜੀ ਨੇ ਕਿਹਾ ਕਿ ਭਾਈ ਸਾਡੇ ਘਰ ਦੇ ਵਿੱਚੋਂ ਤਾਂ ਕੋਈ ਚੋਰੀ ਨਹੀਂ ਹੋਈ ਹੈ,
ਕੋਈ ਕੰਮ ਜਿਹੜਾ ਕੋਈ ਸਮਾਨ ਇਥੋਂ ਉੱਥੇ ਨਹੀਂ ਹੋਇਆ। ਤੁਮ ਕੈਸੇ ਬੂਝਤ ਕਿਆ ਥਇਓ। ਤੇ ਤੂੰ ਬਾਰ-ਬਾਰ ਇਹੀ ਬਚਨ ਰੱਟ ਲਾਉਂਦਾ, ਕਹਿੰਦਾ ਕਿ ਬਾਬਾ ਜੀ ਗਲਤੀ ਹੋਈ ਹੈ, ਚਲੋ ਤੁਸੀਂ ਦੱਸ ਦਿਓ ਕੀ ਜੋ ਤੁਹਾਡਾ ਚੱਲ ਗਿਆ ਨਾ ਮੈਂ ਵਾਪਸ ਮੋੜ ਦਵਾਂਗਾ। ਲੇਕਿਨ ਅਸੀਂ ਕਹਿੰਦੇ ਆ ਸਾਡੇ ਘਰੋਂ ਤਾਂ ਕੋਈ ਚੋਰੀ ਨਹੀਂ ਹੋਈ ਹੈ। ਗਿਆਨ ਅਰੂੜ ਬ੍ਰਿਤ ਕੋ ਜਾ। ਕਵੀ ਰਾਜ ਜੀ ਦੱਸਦੇ ਹਨ ਕਿ ਉਹ ਤੁਰਕ ਜਿਹੜਾ ਸਮਝ ਗਿਆ ਕਿ ਬਾਬਾ ਜੀ ਤਾਂ ਗਿਆਨ ਦੇ ਆਸਣ ਦੇ ਵਿੱਚ ਅਰੂੜਿਤ ਹਨ। ਪੁਨ ਬੋਲਿਓ ਲਉਪੁਰ ਪਤ ਖਾ। ਫਿਰ ਲਉਪੁਰ ਦਾ ਮਾਲਕ ਜਿਹੜਾ ਸੂਬੇਦਾਰ ਨੇ ਬਚਨ ਕਰਨਾ ਕੀਤਾ। ਤੁਰਕ ਸੈਨ ਜਬ ਚੜ ਕਰ ਆਈ। ਕਹਿੰਦਾ ਬਾਬਾ ਜੀ ਆਪ ਨੂੰ ਯਾਦ ਹੋਵੇਗਾ ਥੋੜੇ ਦਿਨ ਪਹਿਲਾਂ ਤੁਰਕਾਂ ਦੀ ਸੈਨਾ ਜਿਹੜੀ ਆ ਚੜ ਕੇ ਆਈ ਸੀ। ਵਸਤ ਤੁਮਾਰ ਲੁੱਟੀ ਸਮੁਦਾਇ। ਉਹਨਾਂ ਪਾਗਲ ਮੂਰਖ ਤੁਰਕਾਂ ਨੇ ਕੀ ਕਰਨਾ ਕੀਤਾ, ਨਗਰ ਨੂੰ ਵੀ ਲੁੱਟ ਲਿਆ ਤੁਹਾਡੇ ਤੇ ਤੁਹਾਡੇ ਡੇਰੇ ਨੂੰ ਵੀ ਲੁੱਟਣਾ ਕੀਤਾ। ਸੋ ਸਗਰੀ ਮੁਝ ਦੇਹ ਬਤਾਏ। ਮੈਂ ਉਹਦੀ ਗੱਲ ਕਰ ਰਿਹਾ, ਉਹ ਬਚਨ ਕਰ ਰਿਹਾ, ਕਿਰਪਾ ਕਰੋ ਉਸ ਵੇਲੇ ਤੁਹਾਡੇ ਡੇਰੇ ਦੇ ਵਿੱਚੋਂ ਕੀ ਕੁਝ ਚੋਰੀ ਹੋਇਆ ਸਾਨੂੰ ਦੱਸ ਦਿਓ। ਤਿੰਨ ਤੇ ਲੈ ਦੇਵੋਂ ਪਹੁੰਚਾ। ਮੈਂ ਹੁਣੇ ਜਾ ਕਰਕੇ ਜਿਹੜੇ ਬੰਦਿਆਂ ਨੇ ਲੁੱਟ ਕੇ ਲਿਆਂਦਾ ਨਾ ਮਾਲ, ਉਹਨਾਂ ਤੋਂ ਸਾਰੀਆਂ ਵਸਤੂਆਂ ਆਪ ਜੀ ਦੇ ਕੋਲ ਮੈਂ ਵਾਪਸ ਕਰਵਾ ਦਵਾਂਗਾ। ਰਾਵਰ ਮਹਿਮਾ ਤੇ ਅਨਜਾਨ। ਕਿਉਂਕਿ ਉਹ ਮੂਰਖ ਬੰਦੇ, ਉਹਨਾਂ ਨੂੰ ਆਪ ਜੀ ਦੀ ਮਹਿਮਾ ਦਾ ਪਤਾ ਨਹੀਂ ਹੈ। ਕਰੀ ਅਵਗਿਆ ਮੂਢ ਮਹਾਨ। ਇਹ ਬਹੁਤ ਵੱਡੇ ਮੂਰਖ ਹਨ, ਬਹੁਤ ਵੱਡੀ ਆਪ ਜੀ ਦੇ ਉੱਤੇ ਇਹਨਾਂ ਨੇ ਅਵਗਿਆ ਕਰਨੀ ਕੀਤੀ। ਭਨਤ ਖਾਨ ਕੇ ਇਸ ਵਿਦਬੈ। ਬਾਲ ਬੁੱਧੀ ਦਾ ਹੁੰਦਾ ਹੈ, ਨਿਰਮਲ ਉਹਨਾਂ ਦੀ ਮਤ ਹੁੰਦੀ ਹੈ, ਕੋਈ ਵਲ ਛਲ ਕੋਈ ਛਲ ਕਪਟ ਨਹੀਂ ਹੁੰਦਾ। ਐਨ ਸਹਿਜ ਸੁਭਾਅ ਉਹ ਜੀਵਨ ਦਾ ਯਾਪਨ ਕਰਦੇ ਹਨ। ਉਹਨੇ ਬਾਰ-ਬਾਰ ਰੱਟ ਲਾਈ ਕਿਹਾ ਬਾਬਾ ਜੀ ਕੀ ਤੁਹਾਡਾ ਗਿਆ, ਤੁਸੀਂ ਦੱਸਣਾ ਕਰੋ। ਤੇ ਬਾਬਾ ਜੀ ਨੇ ਵੇਖਿਆ ਕਿ ਜਿੱਥੇ ਉਹਨਾਂ ਦੇ ਜੋ ਬਾਜ ਜਿਹੜੇ ਪੰਛੀ, ਕਿਉਂਕਿ ਘੋੜੇ ਨੂੰ ਵੀ ਬਾਜ ਕਹਿੰਦੇ ਤੇ ਬਾਜ ਪੰਛੀ ਨੂੰ ਵੀ ਕਿਹਾ ਜਾਂਦਾ ਜੋ ਆਕਾਸ਼ ਦੇ ਵਿੱਚ ਉਡਾਰੀ ਮਾਰਦਾ ਹੈ, ਤੇ ਉਹਨਾਂ ਨੇ ਵੇਖਿਆ ਕਿ ਭਾਈ ਜਿੱਥੇ ਸਾਡੇ ਬਾਜ ਬੈੰਦੇ ਸਨ, ਤਿੰਨ ਕੋ ਦੇਖਤ ਬਾਕ ਬਖਾਨਾ। ਉਹਨਾਂ ਬਾਜਾਂ ਨੂੰ ਵੇਖ ਕਰਕੇ ਬਾਬਾ ਜੀ ਨੇ ਬਚਨ ਕੀਤਾ, ਹਮਰੇ ਬਾਜ ਹੁਤੇ ਇਸ ਥਾਨਾ। ਕਹਿੰਦੇ ਕਿ ਭਾਈ ਸਾਡੇ ਬਾਜ ਇੱਥੇ ਰਹਿੰਦੇ ਸਨ। ਲੈ ਗਮਨਤ ਨਿਤ ਬ੍ਰਿਤ ਅਖੇਰੀ। ਅਸੀਂ ਜਦੋਂ ਵੀ ਸ਼ਿਕਾਰ ਖੇਡਣ ਵਾਸਤੇ ਜਾਣਾ ਨਾ ਤੇ ਉਹਨਾਂ ਬਾਜਾਂ ਨੂੰ ਅਸੀਂ ਖੋਲ ਕੇ ਲਿਆਇਆ ਕਰਦੇ। ਇਨਕੀ ਰੇਸ਼ਮ ਡੋਰ ਲਮੇਰੀ। ਲੱਗਦਾ ਕਿ ਉਹਨਾਂ ਦੀਆਂ ਬਾਜਾਂ ਦੀ ਲੰਬੀ ਲੰਬੀ ਜਿਹੜੀ ਹੈ ਰੇਸ਼ਮ ਦੀ ਡੋਰ ਦੇ ਨਾਲ ਉਹਨੂੰ ਬੰਨਣਾ ਕੀਤਾ ਸੀ। ਆਡੇ ਇਨ ਬੈਠਨ ਕੇ ਜੋਏ। ਨਾਲ ਉਹਨਾਂ ਦੇ ਅੱਡੇ ਹੁੰਦੇ ਹਨ, ਕਿਉਂਕਿ ਜਿਹੜੇ ਬਾਜਾਂ ਨੂੰ ਪਾਲਦੇ ਨਾ ਤੇ ਫਿਰ ਪਿਆਰਿਓ ਬਾਜ ਨੂੰ ਤੁਸੀਂ ਐ ਖੁੱਲੀ ਥਾਂ ਤੇ ਜ਼ਮੀਨ ਦੇ ਉੱਤੇ ਬਾਜ ਦੀ ਪਕੜ ਨਹੀਂ ਬਣਦੀ ਹੈ। ਬਾਜ ਕੀ ਹੁੰਦਾ, ਜਦੋਂ ਉਹਨੂੰ ਕਿੱਥੇ ਬਿਠਾਉਣਾ ਹੋਵੇ ਤਾਂ ਫਿਰ ਉਹਦਾ ਅੱਡਾ ਹੁੰਦਾ। ਅੱਡੇ ਦਾ ਭਾਵ ਕਿ ਜਿਸ ਤਰ੍ਹਾਂ ਕੋਈ ਲੱਕੜ ਜਿਹੜੀ ਹੁੰਦੀ ਨਾ ਪੁਰਾਣਾ, ਕੋਈ ਲੱਕੜ ਜਿਹੜੀ ਹੈ ਜਿਹਦੀਆਂ ਸ਼ਾਖਾਵਾਂ ਹੁੰਦੀਆਂ ਨਿੱਕੀਆਂ ਜਾਂ ਜ਼ਿਆਦਾ ਮੋਟੀ ਵੀ ਨਹੀਂ ਚਾਹੀਦੀ ਹੈ, ਉਹਨੂੰ ਤੋੜ ਕਰਕੇ ਜਿਹਦੀਆਂ 4-5 ਸ਼ਾਖਾਵਾਂ ਨਿਕਲੀਆਂ ਹੋਈਆਂ ਹੁੰਦੀਆਂ, ਉਹ ਲੈ ਕਰਕੇ ਉਹਨੂੰ ਫਿਰ ਜਿੱਥੇ ਬਾਜਾਂ ਨੂੰ ਰੱਖਣਾ ਉੱਥੇ ਗੱਡ ਦਿੰਦੇ ਹਨ। ਤੇ ਉਹ ਸੁੱਖੀਆਂ ਸ਼ਾਖਾਵਾਂ ਜਿਹੜੀਆਂ ਹਨ ਤੇ ਬਾਜ ਬੜੇ ਆਸਾਨੀ ਦੇ ਨਾਲ ਉਹਦੇ ਉੱਤੇ ਬੈੰਦਾ। ਤੇ ਨਾਲ ਬਾਜਾਂ ਦੇ ਪੈਰਾਂ ਦੇ ਵਿੱਚ ਰੇਸ਼ਮ ਦੀ ਡੋਰ ਵੀ ਬੰਨੀ ਜਾਂਦੀ ਸੀ, ਤੇ ਫਿਰ ਰੇਸ਼ਮ ਦੀ ਡੋਰ ਜਿਹੜੀ ਹੈ ਉਹ ਫਿਰ ਉਹਦੇ ਪੈਰਾਂ ਨੂੰ ਬੰਦ ਕਰਕੇ ਉਹ ਅੱਡਾ ਜਿਹੜਾ ਹੁੰਦਾ ਉਹਨੂੰ ਬੰਨ ਦਿਆ ਕਰਦੇ। ਇਹਦੇ ਨਾਲ ਬਾਜ ਕਿੱਥੇ ਉੜ ਕੇ ਨਹੀਂ ਜਾਂਦਾ, ਤੇ ਜਦੋਂ ਕਿੱਥੇ ਜਾਣਾ ਹੋਵੇ ਉਹ ਬਾਜ ਨੂੰ ਖੋਲ ਕਰਕੇ ਤੇ ਦਸਤ ਪੰਜਾ ਜਾਂ ਚਮੜੇ ਦਾ ਪਿਆਰਿਓ, ਕਿਉਂਕਿ ਬਾਜ ਇਹੋ ਜਿਹਾ ਪੰਛੀ ਹੁੰਦਾ ਉਹਦੀਆਂ ਨੌਂਦਰਾਂ ਬਹੁਤ ਤਿੱਖੀਆਂ ਹੁੰਦੀਆਂ, ਤੇ ਉਹਨੂੰ ਜੇ ਹੱਥ ਦੇ ਉੱਤੇ ਆਮ ਆਪਾਂ ਨੂੰ ਲੱਗਦਾ ਕਿ ਲਓ ਜੀ ਬਾਜ ਲੈ ਕਰਕੇ ਹੱਥ ਦੇ ਉੱਤੇ ਬਿਠਾਓ, ਲੇਕਿਨ ਪਿਆਰਿਓ ਸਿੱਧਾ ਹੱਥ ਦੇ ਉੱਤੇ ਤੁਸੀਂ ਬਿਠਾਓ ਤੇ ਜਦੋਂ ਆਪਣੀ ਪਕੜ ਮਜਬੂਰ ਕਰਦਾ ਨਾ ਉਸੇ ਵੇਲੇ ਉਹਦੀਆਂ ਨੌਂਦਰਾਂ ਜਿਹੜੀਆਂ ਹਨ ਤੁਹਾਡੇ ਸਰੀਰ ਦੇ ਵਿੱਚ ਖੁੱਭ ਜਾਂਦੀਆਂ, ਬਹੁਤ ਪਿਆਰਿਓ ਤਿੱਖੀਆਂ ਹੁੰਦੀਆਂ। ਇੱਕ ਵਾਰੀ ਸਾਡੇ ਨਾਲ ਵੀ ਹੋਇਆ, ਬਾਜ ਜਿਹੜਾ ਅਸੀਂ ਲੈ ਕੇ ਆਏ ਸਨ ਤੇ ਅਸਾਂ ਨੇ ਉਂਝੀ ਉਹਨੂੰ ਜਦੋਂ ਪਾਇਆ ਹੱਥ ਦੇ ਉੱਤੇ, ਉਹ ਜਦੋਂ ਬੈਠਿਆ ਇੱਕਦਮ ਉਹਨੇ ਜਦੋਂ ਪਕੜ ਮਜ਼ਬੂਤ ਕਰਨੀ ਕੀਤੀ ਤੇ ਉਹਦੇ 3 ਨੌਂਦਰਾਂ ਜਿਹੜੀਆਂ ਪੂਰਾ ਮਾਸ ਦੇ ਵਿੱਚ ਹੀ ਧਸ ਗਏ ਸਨ। ਇਸ ਕਰਕੇ ਹੱਥ ਦੇ ਵਿੱਚ ਚਮੜਾ ਬੰਨ ਕਰਕੇ ਉਹਨੂੰ ਬਿਠਾਇਆ ਜਾਂਦਾ। ਤੇ ਬਾਬਾ ਜੀ ਕਹਿਣ ਲੱਗੇ ਉੱਥੇ ਵੇਖ ਕਰਕੇ ਕਿ ਉਹਦਾ ਅੱਡਾ ਨਜ਼ਰ ਨਹੀਂ ਆ ਰਿਹਾ,
ਉਹ ਰੇਸ਼ਮ ਦੀ ਦੌੜ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਹੈ, ਤੇ ਬਾਜ ਦਸਤਾ ਉਹ ਨਜ਼ਰ ਨਹੀਂ ਆ ਰਿਹਾ। ਸੋ ਲੁੱਟ ਗਏ ਨਾ ਦਿਖਿਅਤ ਕੋਏ। ਬਾਬਾ ਜੀ ਕਹਿਣ ਲੱਗੇ ਕਿ ਲੱਗਦਾ ਭਾਈ ਉਹ ਨਜ਼ਰ ਨਹੀਂ ਆ ਰਿਹਾ, ਬਾਜਾਂ ਦਾ ਅੱਡਾ ਇੱਥੇ ਹੀ ਹੁੰਦਾ ਸੀ, ਬਾਜਾਂ ਦਾ ਅੱਡਾ ਨਜ਼ਰ ਨਹੀਂ ਆ ਰਿਹਾ, ਉਹ ਰੇਸ਼ਮ ਦੀਆਂ ਡੋਰਾਂ ਜਿਹੜੀਆਂ ਉਹ ਨਜ਼ਰ ਨਹੀਂ ਆ ਰਹੀਆਂ। ਲੱਗਦਾ ਤੁਹਾਡੇ ਬੰਦਿਆਂ ਨੇ ਬਾਜਾਂ ਦਾ ਅੱਡਾ ਤੇ ਰੇਸ਼ਮ ਦੀ ਡੋਰ ਲੁੱਟ ਕੇ ਲੈ ਕੇ ਗਏ। ਆਡੇ ਡੋਰਾਂ ਦੇਹ ਮੰਗਾਏ। ਤੇ ਕਹਿੰਦੇ ਕਿ ਕੋਈ ਗੱਲ ਨਹੀਂ ਐ ਸੂਬਿਆ, ਇੱਕ ਕੰਮ ਕਰ ਭਾਈ, ਤੂੰ ਆਇਆ ਨਾ, ਉਹ ਸਾਡਾ ਉਹ ਅੱਡਾ ਮੰਗਾ ਕਰਕੇ ਦੇ ਦੇ ਤੇ ਰੇਸ਼ਮ ਦੀਆਂ ਡੋਰਾਂ ਮੰਗਾ ਕਰਕੇ ਦੇ ਦੇ। ਦੇਖੋ ਪਿਆਰਿਓ ਕਿਹੋ ਜੀ ਨਿਰਭੀਖਤਾ ਹੈ, ਤੇ ਨਾਲ ਪਿਆਰਿਓ ਕਿਹੋ ਜਿਹਾ ਸਹਿਜ ਸੁਭਾਏ ਹੈ। ਇਹ ਆਡਿਆਂ ਦਾ ਇਹਦਾ ਕੀ ਮੁੱਲ ਹੁੰਦਾ? ਐ ਤੁਸੀਂ ਜਾਓ ਇੱਕ ਡੰਗੋਰੀ ਜਿਹੜੀ ਆ ਦਰਖਤ ਦੀ, ਉਹਨੂੰ ਵੱਢ ਕੇ ਲੈ ਕੇ ਆਓ, ਉਹਨੂੰ ਗੜ ਦਿਓ ਤੇ ਉਹ ਬਾਜਾਂ ਦਾ ਅੱਡਾ ਬਣ ਜਾਂਦਾ। ਰੇਸ਼ਮ ਦੀ ਡੋਰ ਪਿਆਰਿਓ ਜਿੰਨੀ ਮਰਜ਼ੀ ਲੈ ਲਿਓ, ਐ ਸਸਤੇ ਭਾਅ ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਇੰਨਾ ਸਭ ਕੁਝ ਚੱਲ ਗਿਆ, ਲੁਟੇਰਿਆਂ ਨੇ ਕੁਛ ਨਹੀਂ ਛੱਡਿਆ, ਸਾਰੀ ਮਾਇਆ ਜਿਹੜੀ ਹੈ ਗੁਰੂ ਘਰ ਦੀ ਲੁੱਟ ਕੇ ਲੈ ਕੇ ਗਏ, ਸਾਰੇ ਗਹਿਣੇ ਗੱਟੇ ਲੁੱਟ ਕੇ ਲੈ ਕੇ ਗਏ, ਪਤੀਲੇ ਭਾਂਡੇ ਵੀ ਉਹਨਾਂ ਨੇ ਨਹੀਂ ਛੱਡਣਾ ਕੀਤਾ, ਘੋੜੇ ਤੇ ਨਾਲ ਗਾਵਾਂ ਮੱਝਾਂ ਵੀ ਜਿਹੜਾ ਬਾਜਾਂ ਦਾ ਅੱਡਾ ਤੇ ਰੇਸ਼ਮ ਦੀਆਂ ਡੋਰਾਂ ਲੁੱਟ ਕੇ ਲੈ ਕੇ ਗਏ। ਕੋਈ ਗੱਲ ਨਹੀਂ ਹੈ, ਜੇ ਵਾਪਸ ਦੇਣਾ ਤੇ ਸਾਡਾ ਅੱਡਾ ਤੇ ਉਹ ਰੇਸ਼ਮ ਦੀਆਂ ਡੋਰਾਂ ਮੰਗਾ ਕਰਕੇ ਦੇ ਦਿਓ। ਜੇ ਤੁਮਰੇ ਕਹਿਬੇ ਮਹਿ ਆਏ। ਜੇ ਤੇਰੇ ਕਹਿਣ ਦੇ ਵਿੱਚ ਇਹ ਆਉਣਗੇ, ਫਿਰ ਵੀ ਇਹ ਵੀ ਜ਼ਿੱਦ ਵੀ ਨਹੀਂ ਕੀਤੀ ਕਿ ਲੈ ਕੇ ਆ ਕਰਕੇ। ਜੇ ਤੂੰ ਕਹਿ ਸਕਦਾ, ਮੰਗਵਾ ਸਕਦਾ, ਤਾਂ ਭਾਈ ਉਹ ਮੰਗਵਾ ਕਰਕੇ ਸਾਨੂੰ ਦੇ ਦੇ। ਸੁਨਤ ਖਾਨ ਬਿਗਸਿਓ ਬਿਸਮਾਇਓ। ਸੁਣ ਕਰਕੇ ਪਿਆਰਿਓ ਆਪ ਨੇ ਵੀ ਜਦੋਂ ਇਹ ਬਚਨ ਸੁਣਿਆ ਨਾ, ਮਨ ਹੀ ਮਨ ਤਾਂ ਪਿਆਰਿਓ ਹਰ ਕੋਈ ਮੁਸਕਰਾਇਆ ਜ਼ਰੂਰ ਹੋਵੇਗਾ, ਜਿਹੜੇ ਚਿੱਤ ਬਿਰਤੀ ਨੂੰ ਦੇ ਕਰਕੇ ਕਥਾ ਸੁਣਦੇ। ਹਾਂ, ਜਿਨ੍ਹਾਂ ਦਾ ਚਿੱਤ ਹੀ ਨਹੀਂ ਹੈ ਤੇ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਆ, ਲੇਕਿਨ ਜਿਹੜੇ ਚਿੱਤ ਜੋੜ ਕਰਕੇ ਕਥਾ ਸੁਣਦੇ, ਤੁਹਾਨੂੰ ਵੀ ਹਲਕਾ ਜਿਹਾ ਹਾਸਾ ਆਇਆ ਹੋਵੇਗਾ ਕਿ ਇਹ ਕੀ ਗੱਲ ਹੋਈ ਹੈ। ਇਹਨਾਂ ਨੇ ਤਾਂ ਕੁਛ ਨਹੀਂ ਛੱਡਣਾ ਕੀਤਾ, ਸਭ ਲੁੱਟ ਕੇ ਲੈ ਕੇ ਗਏ। ਤੇ ਬਾਬਾ ਜੀ ਕਹਿਣ ਲੱਗੇ ਉਹ ਅੱਡਾ ਤੇ ਰੇਸ਼ਮ ਦੀਆਂ ਡੋਰਾਂ ਲਿਆ ਕਰਕੇ ਦੇ ਦਿਓ। ਆਹ ਬਚਨ ਸੁਣ ਕਰਕੇ ਪਿਆਰਿਓ ਸਿਰਫ ਤੁਸੀਂ ਨਹੀਂ ਹੱਸੇ, ਆ ਜਿਹੜਾ ਖਾਨ ਆਇਆ ਸੀ ਨਾ, ਖਾਨ ਵੀ ਹੱਸ ਪਿਆ ਤੇ ਨਾਲ ਵਿਸਮਿਤ ਵੀ ਹੁੰਦਾ ਹੈ। ਦੇਖੋ ਕਸ ਮਨ ਕੁਛ ਨਹਿ ਲਿਆਇਓ। ਨਾਲ ਦੇ ਲੋਕਾਂ ਨੂੰ ਕਹਿੰਦਾ, ਦੇਖੋ ਭਾਈ ਮੈਂ ਤੁਹਾਨੂੰ ਕਹਿੰਦਾ ਸੀ ਨਾ ਮਹਾਂਪੁਰਖ ਕਿਹਨੂੰ ਕਹਿੰਦੇ, ਇਹ ਪੂਰਨ ਮਹਾਂਪੁਰਖ, ਤੇ ਤੁਸੀਂ ਬਾਰ-ਬਾਰ ਕਹਿੰਦੇ ਕਿ ਕੌਣ ਮਹਾਂਪੁਰਖ ਜੀ, ਕੋਈ ਵੀ ਨਹੀਂ ਹੁੰਦਾ। ਮਹਾਂਪੁਰਖਾਂ ਦੀ ਇਹ ਨਿਸ਼ਾਨੀ ਹੈ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮਨ ਦੇ ਵਿੱਚ ਰੱਤਾ ਮਾਤਰ ਕੁਛ ਨਹੀਂ ਲੈ ਕੇ ਆਉਣਾ ਕੀਤਾ। ਮਹਾਰਾਜ ਨੇ ਕਿਹਾ ਨਾ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਖ ਸੁਆਮੀ। ਆਪ ਪਰਮਾਤਮਾ ਜਿਨ੍ਹਾਂ ਦਾ ਪੱਖ ਪੂਰਦਾ ਹੈ, ਉਹ ਬੇਪਰਵਾਹ ਦੇ ਵਿੱਚ ਰਹਿੰਦੇ ਹਨ, ਭਾਵੇਂ ਕੋਈ ਆਵੇ ਭਾਵੇਂ ਕੋਈ ਜਾਵੇ, ਉਹ ਆਪਣੇ ਨਿਜਾਨੰਦ ਦੇ ਵਿੱਚ ਰਹਿੰਦੇ। ਲੱਖੋਂ ਕਾ ਤਨ ਕਰਤੇ ਗਇਓ। ਨਾਲਦਿਆਂ ਨੂੰ ਕਹਿੰਦਾ, ਖਾਨਜ਼ਾਦਾ ਦੇਖੋ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਦਾ ਮਾਲ ਆਪਣੇ ਬੰਦਿਆਂ ਨੇ ਲੁੱਟ ਕੇ ਲੈ ਕੇ ਜਾਣਾ ਕੀਤਾ। ਹਿਰਦੇ ਵਿਕਾਰ ਨਾ ਤਿਸ ਤੇ ਭਇਓ। ਲੇਕਿਨ ਰੱਤਾ ਮਾਤਰ ਮਨ ਵਿਕਾਰੀ ਨਹੀਂ ਹੋਇਆ। ਜੇ ਪਿਆਰਿਓ ਬੋਝੇ ਦੇ ਵਿੱਚੋਂ ਆਪਾਂ ਆਪਣੀ ਗੱਲ ਸੋਚੀਏ, ਬੋਝੇ ਦੇ ਵਿੱਚੋਂ 10 ਰੁਪਈਆ ਵੀ ਗਿਰ ਜਾਵੇ, ਆਪਾਂ ਕਿੰਨਾ ਟਟੋਲਦੇ ਆ, ਕਿੰਨਾ ਮਹਿਸੂਸ ਕਰਦੇ ਆ, ਯਾਰ 10 ਦੀ ਨੋਟ ਜਿਹੜੀ ਹੈ ਗਿਰ ਗਈ ਹੈ, ਬੜਾ ਪਰੇਸ਼ਾਨ ਹੋ ਜਾਂਦੇ। ਇੱਥੇ ਪਿਆਰਿਓ ਕੱਖ ਨਹੀਂ ਰਿਹਾ, ਸਭ ਲੁੱਟ ਕੇ ਲੈ ਕੇ ਚੱਲ ਗਏ, ਸਭ ਲੁਟਾ ਦਿੱਤਾ, ਫਿਰ ਵੀ ਪਿਆਰਿਓ ਕੋਈ ਗਮ ਨਹੀਂ ਹੈ, ਪਰਮਾਤਮਾ ਦੇ ਆਨੰਦ ਦੇ ਵਿੱਚ ਹਨ। ਦ੍ਰਿਸ਼ਟ ਅਗਾਰੀ ਜੋ ਨਹਿ ਪਾਈ। ਸਿਰਫ ਅੱਗੇ ਵੇਖਿਆ ਕਿ ਅੱਗੇ ਜੋ ਚੀਜ਼ ਨਜ਼ਰ ਆਂਦੀ ਸੀ ਉਹ ਅੱਜ ਨਜ਼ਰ ਨਹੀਂ ਆ ਰਹੀ ਹੈ। ਸੋ ਲੁੱਟ ਗਈ ਹਿਰਦੇ ਇਮ ਆਈ। ਬਸ ਉਹਨਾਂ ਨੂੰ ਤਾਂ ਇਹੀ ਲੱਗ ਰਿਹਾ ਕਿ ਭਾਈ ਇਹ ਲੁਟੇਰਿਆਂ ਨੇ ਸਿਰਫ ਇਹ ਬਾਜਾਂ ਦਾ ਅੱਡਾ ਤੇ ਰੇਸ਼ਮ ਦੀਆਂ ਡੋਰਾਂ ਲੁੱਟ ਕੇ ਲੈ ਕੇ ਚੱਲ ਗਏ, ਉਹੀ ਉਹਨਾਂ ਨੂੰ ਨਜ਼ਰ ਆਇਆ। ਅਪਰ ਵਸਤ ਕੀ ਸੁਧ ਨਹਿ ਜਾਣੀ। ਕਿਉਂਕਿ ਔਰ ਵਸਤੂਆਂ ਦੀ ਉਹਨਾਂ ਨੂੰ ਕੋਈ ਸੁੱਧ ਨਹੀਂ ਸੀ। ਸਿੰਘਾਂ ਨੇ ਕਿਹਾ ਵੀ ਸੀ, ਲੇਕਿਨ ਉਹ ਸਦਾ ਬੇਪਰਵਾਹ ਰਹਿਣ ਵਾਲੇ ਮਹਾਂਪੁਰਖ। ਬ੍ਰਿਤ ਸਮਾਨ ਮਹਿਦ ਬ੍ਰਹਮ ਗਿਆਨੀ। ਸਮਾਨ ਉਹਨਾਂ ਦੀ ਬਿਰਤੀ ਹੈ, ਬ੍ਰਹਮ ਗਿਆਨੀਆਂ ਦੀ ਇਹ ਇਹਨਾਂ ਦੀ ਅਵਸਥਾ ਹੈ। ਮਹਿਮਾ ਮਹਾ ਜਾਨ ਕਰ ਖਾਨ। ਉਹਨਾਂ ਦੀ ਬਹੁਤ ਵੱਡੀ ਮਹਿਮਾ ਜਾਣ ਕਰਕੇ ਖਾਨਜ਼ਾਦਾ ਬੰਦ ਪਾਨ ਜੁਗ ਕਰਤ ਬਖਾਨਾ। ਤੁਰੰਤ ਪਿਆਰਿਓ ਹੱਥ ਜੋੜ ਕਰਕੇ ਬਾਬਾ ਜੀ ਦੇ ਅੱਗੇ ਬਚਨ ਕਰਦਾ।
ਕਿਰਪਾ ਠਾਨ ਮੁਝ ਸਾਥ ਚਲੀ ਜੈ। ਕਹਿੰਦਾ ਮਹਾਂਪੁਰਖ ਜੀ ਕਿਰਪਾ ਕਰੋ, ਮੇਰੇ ਨਾਲ ਆਪ ਜੀ ਚੱਲਣਾ ਕਰੋ। ਲਵਪੁਰ ਕੇਤਿਕ ਦਿਵਸ ਬਸੀ ਜੈ। ਆਪ ਜੀ ਚਲੋ ਲਾਹੌਰ ਦੇ ਵਿੱਚ ਰਹਿ ਕਰਕੇ ਮੇਰਾ ਘਰ ਪਵਿੱਤਰ ਕਰਨਾ ਕਰੋ, ਮੇਰੇ ਘਰ ਨੂੰ ਆਬਾਦ ਕਰਨਾ ਕਰੋ, ਮਹਾਰਾਜ ਚਰਨ ਪਾਉਣੇ ਕਰੋ। ਜਬ ਇੱਛਾ ਪੁਨ ਹੋਏ ਹਠ ਆਵ। ਮਹਾਰਾਜ ਮੈਂ ਤੁਹਾਨੂੰ ਜ਼ਬਰਦਸਤੀ ਤਾਂ ਨਹੀਂ ਕਰਾਂਗਾ ਕਿ ਉੱਥੇ ਇੰਨਾ ਕੁ ਚਿਰ ਰਹਿਣਾ। ਹਾਂ, ਲੈ ਕੇ ਜਾਣ ਵਾਸਤੇ ਮੈਂ ਬੇਨਤੀ ਕਰਦਾ ਹਾਂ, ਤੁਸੀਂ ਆਪਣੀ ਮੌਜ ਦੇ ਜਦੋਂ ਤੁਹਾਨੂੰ ਵਾਪਸ ਕਰਦਾ ਜੀ ਕਿ ਆ ਜਾਣਾ, ਤੁਸੀਂ ਆ ਜਾਇਓ। ਕਦਮ ਆਪਨੇ ਮੁਝ ਘਰ ਪਾਵੋ। ਬਸ ਮਹਾਂਪੁਰਖੋ ਮੈਂ ਆਪ ਜੀ ਦੇ ਚਰਨ ਜਿਹੜੇ ਮੇਰੇ ਘਰ ਦੇ ਵਿੱਚ ਪਵਾਉਣਾ ਚਾਹੁੰਦਾ ਹਾਂ, ਕਿਉਂਕਿ ਪਿਆਰਿਓ ਕੋਈ ਪੂਰਨ ਮਹਾਂਪੁਰਖ, ਕੋਈ ਗੁਰੂ ਕਾ ਪਿਆਰਾ ਰੱਬੀ ਰੂਹ ਜਿਹੜੀ ਹੁੰਦੀ ਹੈ, ਜਦੋਂ ਉਹਨਾਂ ਦੇ ਕਦਮ ਵੀ ਆਪਣੇ ਘਰ ਦੇ ਵਿੱਚ ਪੈ ਜਾਂਦੇ ਤਾਂ ਪਿਆਰਿਓ ਉਹ ਘਰ ਜਿਹੜਾ ਪਵਿੱਤਰ ਹੋ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਕਦਮ ਰੱਖ ਦਿੰਦਾ ਨਾ, ਤੇ ਜੰਮ ਕਹਿੰਦਾ ਕਿ ਆਓ ਮਹਾਂਪੁਰਖ ਜੀ, ਆਪ ਜੀ ਨੇ ਕੀ ਤੋਨ ਭਵਨ ਪੁਨੀਤ, ਆਪਨੇ ਆਪਣੇ ਮੁਬਾਰਕ ਚਰਨ ਟਿਕਾ ਕਰਕੇ ਮੇਰੇ ਘਰ ਨੂੰ ਯਮਦੀਪੁਰੀ ਨੂੰ ਆਪ ਜੀ ਨੇ ਪਵਿੱਤਰ ਕਰਨਾ ਕੀਤਾ, ਸਾਨੂੰ ਨਿਹਾਲ ਕਰਨਾ ਕੀਤਾ। ਇਤਿਆਦਿਕ ਬਹੁ ਬਿਨੈ ਉਚਾਰ। ਇਤਿਆਦਿਕ ਬਹੁਤ ਜ਼ਿਆਦੀ ਉਹਨੇ ਜਦੋਂ ਬੇਨਤੀ ਕੀਤੀ ਹੈ। ਲੈ ਸੰਗ ਚਲਿਓ ਹੋਏ ਅਸਵਾਰ। ਫਿਰ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਉਹਨਾਂ ਦਾ ਅਸਵਾਰਾ ਕਰਾ ਕੇ ਆਪਣੇ ਨਾਲ ਲੈ ਕੇ ਗਿਆ। ਦੋਹਰਾ ਬਿਨ ਲਗਾਮ ਅਸਬਲੀ ਪਰ ਰਾਮ ਕੁਵੈਰ ਆਰੂੜ। ਹੁਣ ਔਰ ਇੱਕ ਬਚਨ ਜਿਹੜਾ ਕਵੀ ਰਾਜ ਜੀ ਦੱਸਦੇ ਹਨ, ਇਹ ਵੀ ਪਿਆਰਿਓ ਬੜਾ ਪਿਆਰਾ ਬਚਨ ਹੈ, ਇਹ ਕਮਾਲ ਦੀ ਗੱਲ ਹੈ। ਤੇ ਬਾਬਾ ਰਾਮ ਕੁਵੈਰ ਜੀ ਜਦੋਂ ਵੀ ਉਹ ਘੋੜੇ ਦੇ ਉੱਤੇ ਚੜ੍ਹਦੇ ਸੀ ਨਾ, ਤੇ ਘੋੜੇ ਦੇ ਉੱਤੇ ਕਦੇ ਪਿਆਰਿਓ ਉਹਨਾਂ ਦੇ ਘੋੜੇ ਦੇ ਉੱਤੇ ਉਹ ਲਗਾਮ ਨਹੀਂ ਪਾਇਆ ਕਰਦੇ, ਤੇ ਨਾਲ ਘੋੜੇ ਦੇ ਉੱਤੇ ਜਦੋਂ ਚੜ੍ਹਨਾ ਨਾ, ਜ਼ਿਆਦਾ ਕਰਕੇ ਤਾਂ ਇੱਕ ਪਾਸੇ ਹੀ ਬੈਠ ਕਰਕੇ ਉਹ ਚੜਿਆ ਕਰਦੇ ਹਨ। ਅਕਸਰ ਪਿਆਰਿਓ ਘੋੜੇ ਦੇ ਉੱਤੇ ਚੜ੍ਹਨਾ ਬੜਾ ਕਠਿਨ ਹੁੰਦਾ, ਦੋ ਪਾਸੇ ਆਪਾਂ ਪੈਰ ਪਾ ਕਰਕੇ ਰੱਖਦੇ ਆ, ਫਿਰ ਵੀ ਪਿਆਰਿਓ ਬੈਲੈਂਸ ਜਿਹੜਾ ਹੈ ਵਿਗੜ ਜਾਂਦਾ ਹੈ। ਜਿਹੜੇ ਨਵੇਂ ਘੋੜ ਸਵਾਰ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਨਾ, ਜਦੋਂ ਘੋੜਾ ਜਿਹੜਾ ਆਪਣੀ ਚਾਲ ਵਿੱਚ ਚੱਲਦਾ ਹੈ, ਬੈਠਣ ਵਾਲਾ ਖੁਦ ਬਾ ਖੁਦ ਘੋੜੇ ਤੋਂ ਗਿਰ ਜਾਂਦਾ, ਤੇ ਉਹਦੇ ਉੱਤੇ ਬੈਠ ਕਰਕੇ ਬੈਲੈਂਸ ਨੂੰ ਬਣਾ ਕਰਕੇ ਰੱਖਣਾ ਬਹੁਤ ਜ਼ਿਆਦਾ ਕਠਿਨ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਕਿ ਮੋਟਰ ਗੱਡੀਆਂ ਦੇ ਉੱਤੇ ਬੀਬੀਆਂ ਜਿਹੜੀਆਂ ਹਨ, ਇੱਕ ਪਾਸੇ ਦੋ ਪੈਰ ਇੱਕ ਪਾਸੇ ਕਰਕੇ ਬਹਿੰਦੀਆਂ, ਇਸ ਤਰ੍ਹਾਂ ਹੀ ਬਾਬਾ ਰਾਮ ਕੁਵੈਰ ਜੀ ਕੀ ਕਰਿਆ ਕਰਦੇ ਸਨ, ਜਦੋਂ ਵੀ ਘੋੜੇ ਤੇ ਚੜਨਾ ਨਾ, ਇੱਕ ਪਾਸੇ ਦੋਵੇਂ ਪੈਰ ਲਮਕਾ ਕਰਕੇ, ਤੇ ਘੋੜੇ ਨੂੰ ਕੋਈ ਲਗਾਮ ਨਹੀਂ ਪਾਇਆ ਕਰਦੇ ਸਨ, ਤੇ ਉਹਦੇ ਉੱਤੇ ਬੈਠ ਜਾਣਾ ਤੇ ਘੋੜੇ ਨੂੰ ਵਚਨ ਕਰ ਦੇਣਾ ਕਿ ਚੱਲ ਭਾਈ ਸਾਨੂੰ ਉੱਥੇ ਲੈ ਕੇ ਚੱਲ, ਤੇ ਘੋੜਾ ਜਿਹੜਾ ਉਹਨਾਂ ਨੂੰ ਉਸ ਪਾਸੇ ਲੈ ਕੇ ਜਾਂਦਾ। ਇੱਕ ਦਿਸ਼ ਕਰ ਦੋਨੋਂ ਚਰਨ ਬੈਠਿਓ ਜਿਸ ਮਤ ਗੂੜ। ਜਿਨ੍ਹਾਂ ਦੀ ਮਤ ਬੜੀ ਗੂੜੀ ਆ, ਇੱਕ ਪਾਸੇ ਚਰਨ ਕਰਕੇ ਪੈਰਾਂ ਨੂੰ ਕਰਕੇ ਬਾਬਾ ਰਾਮ ਕੁਵੈਰ ਜੀ ਬੈਠ ਗਏ। ਚੌਪਈ ਦੇਖ ਤੁਰਕ ਗਨ ਬਿਸਮੈ ਪਏ। ਇਹ ਪਿਆਰਿਓ ਵੇਖ ਕਰਕੇ ਤੇ ਸਾਰੇ ਜਿਹੜੇ ਤੁਰਕ ਜਿਹੜੇ ਬੜੇ ਵਿਸਮਿਤ ਹੋਏ ਹਨ। ਇੱਕ ਦਿਸ਼ ਚਰਨ ਅਡੁੱਲ ਗਤ ਲਏ। ਇੱਕ ਦਿਸ਼ ਦੇ ਉੱਤੇ ਇਹਨਾਂ ਨੇ ਦੋਵੇਂ ਚਰਨ ਟਿਕਾ ਦਿੱਤੇ, ਤੇ ਰਮਦਾਸ ਤੋਂ ਪਿਆਰਿਓ ਲਵਪੁਰ ਨੂੰ ਜਾਣਾ ਤਕਰੀਬਨ 70-80 ਕਿਲੋਮੀਟਰ ਦੀ ਤਾਂ ਵਿੱਥ ਹੋਵੇਗੀ। ਇੰਨਾ ਲੰਬਾ ਪੈਂਡਾ ਤੈਅ ਕਰਨਾ ਇੱਕ ਪਾਸੇ, ਚਲੋ ਇੱਕ 4 ਕਦਮ ਵਾਸਤੇ ਤੁਸੀਂ ਇੱਕ ਪਾਸੇ ਕਰਕੇ ਬੈਠ ਜਾਓ, ਤੇ ਆਪਾਂ ਕਹਿ ਸਕਦੇ ਹਾਂ ਚਲੋ ਜੀ ਕੋਈ ਅਭਿਆਸ ਹੋਵੇਗਾ। ਇੰਨਾ ਲੰਬਾ ਸਮਾਂ, ਇੰਨਾ ਲੰਬਾ ਪੈਂਡਾ ਤੈਅ ਕਰਨਾ ਇੱਕ ਬਾਹੇ ਵੱਲ ਬੈਠ ਕਰਕੇ ਸਾਰੇ ਬੜੇ ਦੰਗ ਹੋ ਗਏ। ਰਾਮਾ ਦਾਸ ਸਾਤ ਤਬ ਖਾਨ। ਉਹਨਾਂ ਦਾ ਜਿਹੜਾ ਹੈ ਸੇਵਾਦਾਰ ਭਾਈ ਰਾਮਾ, ਬੂਝਣ ਲਾਗਿਓ ਮਨ ਹੈਰਾਨ। ਉਹ ਹੈਰਾਨ ਹੋ ਕਰਕੇ ਖਾਨ ਨੇ ਉਹਨਾਂ ਦੇ ਸੇਵਾਦਾਰ ਨੂੰ, ਜਿਹਦਾ ਨਾਮ ਹੈ ਰਾਮਾ ਦਾਸ, ਉਹਦੇ ਤਾਈਂ ਪੁੱਛਿਆ ਕਿਮ ਅਰੂੜ ਇਹ ਭਏ ਤੁਰੰਗ। ਕਹਿੰਦਾ ਕਿ ਭਾਈ ਮੈਂ ਤਾਂ ਬੜਾ ਹੈਰਾਨ ਹੋ ਗਿਆ, ਬਾਬਾ ਜੀ ਇਸ ਤਰ੍ਹਾਂ ਕਿਸ ਤਰ੍ਹਾਂ ਬਹਿੰਦੇ ਹਨ ਘੋੜੇ ਦੇ ਉੱਤੇ, ਗਿਰ ਨ ਪਰਹਿ ਹੋਏ ਭੰਗ ਨ ਅੰਗ। ਤੇ ਤੂੰ ਭਾਈ ਚੰਗੀ ਤਰ੍ਹਾਂ ਬਾਬਾ ਜੀ ਨੂੰ ਬੇਨਤੀ ਕਰਨਾ ਕਰ, ਤੁਹਾਨੂੰ ਤਾਂ ਕੋਈ ਡਰ ਨਹੀਂ ਲੱਗ ਰਿਹਾ, ਲੇਕਿਨ ਮੈਨੂੰ ਡਰ ਖਾਈ ਜਾ ਰਿਹਾ, ਕਿਉਂਕਿ ਮੈਂ ਬੇਨਤੀ ਕਰਕੇ ਬਾਬਾ ਜੀ ਨੂੰ ਆਪਣੇ ਘਰੇ ਲੈ ਕੇ ਜਾ ਰਿਹਾ। ਜੇ ਬਾਬਾ ਜੀ ਘੋੜੇ ਤੋਂ ਗਿਰ ਜਾਣਗੇ, ਸਰੀਰ ਵੀ ਬਾਬਿਆਂ ਦਾ ਬੜਾ ਭਾਰਾ ਹੈ, ਸਰੀਰ ਕਰਕੇ ਤਗੜੇ ਹਨ, ਬਜ਼ੁਰਗ ਹਨ, ਹੱਡੀਆਂ ਵੀ ਪੱਕ ਗਈਆਂ, ਕਮਜ਼ੋਰ ਹੋ ਗਈਆਂ, ਜੇ ਇਹ ਗਿਰ ਗਏ ਤੇ ਹੱਡੀਆਂ ਨੇ ਟੁੱਟ ਜਾਣਾ ਤੇ ਇਲਜ਼ਾਮ ਮੇਰੇ ਉੱਤੇ ਲੱਗ ਜਾਵੇਗਾ।
ਲੋਕਾਂ ਨੇ ਸੰਗਤਾਂ ਤੇ ਇਹੀ ਕਹਿਣਾ, ਲੈ ਭਾਈ ਤੂੰ ਲੈ ਕੇ ਚੱਲਿਆ ਸੀ ਬਾਬਿਆਂ ਨੂੰ ਘਰੇ, ਲੇਕਿਨ ਰਾਸਤੇ ਵਿੱਚ ਹੀ ਬਾਬਿਆਂ ਦੀਆਂ ਹੱਡੀਆਂ ਤੋੜ ਦਿੱਤੀਆਂ। ਇਸ ਤਰ੍ਹਾਂ ਮੇਰੇ ਉੱਤੇ ਇਲਜ਼ਾਮ ਆਵੇਗਾ। ਭਾਈ ਤੂੰ ਬਾਬਿਆਂ ਨੂੰ ਬੇਨਤੀ ਕਰ ਕਿ ਬਾਬਾ ਜੀ ਦੋਵੇਂ ਪਾਸੇ ਜਿਹੜੇ ਪੈਰਾਂ ਨੂੰ ਪਾ ਕਰਕੇ ਬੈਠੋ। ਨਹਿ ਲਗਾਮ ਮੁਖ ਦੀਨ ਸਿਆਹੂ, ਨਾਲ ਤੂਨੇ ਘੋੜੇ ਨੂੰ ਲਗਾਮ ਵੀ ਨਹੀਂ ਦਿੱਤੀ ਹੈ, ਜੇ ਘੋੜਾ ਤਰਪਕ ਗਿਆ ਤੇ ਮੁਸ਼ਕਿਲ ਹੋ ਜਾਵੇਗੀ। ਦੇਖੀਅਤ ਬਲੀ ਮਹਾ ਇਹ ਬਾਹੂ, ਨਾਲ ਆ ਘੋੜਾ ਜਿਹੜਾ ਉਹ ਵੀ ਬੜਾ ਤਗੜਾ ਹੈ ਤੇ ਬੜਾ ਚੰਚਲ ਲੱਗਦਾ, ਤੇ ਇਸ ਕਰਕੇ ਲਗਾਮ ਵੀ ਦੇਣੀ ਚਾਹੀਦੀ ਹੈ। ਕਿਉਂ ਤੁਸਾਂ ਨੇ ਇਹ ਕੰਮ ਨਹੀਂ ਕਰਨਾ ਕੀਤਾ? ਤਬ ਰਾਮੇ ਨੇ ਸਕਲ ਬਤਾ, ਲੋੜ ਨਹੀਂ ਹੈ, ਇਹ ਇੱਕ ਦਿਨ ਦੀ ਗੱਲ ਨਹੀਂ ਹੈ। ਬਾਬਾ ਜੀ ਰੋਜ਼ ਇਸ ਤਰ੍ਹਾਂ ਹੀ ਚਲਿਆ ਕਰਦੇ। ਬਿਨਾ ਲਗਾਮ ਭਜਾਵਹਿ ਘੋਰਾ, ਹੁਣ ਤਾਂ ਤੂੰ ਕੀ ਤੱਕਦਾ, ਘੋੜਾ ਚੱਲ ਰਿਹਾ ਨਾ। ਬਾਬਾ ਜੀ ਫਿਰ ਬਗੈਰ ਲਗਾਮ ਦੇ ਨਾਲ ਘੋੜਾ ਭਜਾ ਵੀ ਲੈਂਦੇ, ਇੱਕ ਪਾਸੇ ਬੈਠ ਕਰਕੇ। ਕਰਹਿ ਅਖੇਰ ਬ੍ਰਿਤ ਚਹੁ ਓਰਾ, ਇਸ ਤਰ੍ਹਾਂ ਹੀ ਬੈਠ ਕਰਕੇ ਉਹ ਘੋੜੇ ਦੇ ਉੱਤੇ ਚੜ ਕਰਕੇ ਅਖੇੜ ਸ਼ਿਕਾਰ ਆਦਿਕ ਵੀ ਖੇਡਦੇ ਹਨ। ਦੋਇ ਦਿਸ਼ ਜਾਂਘ ਕਬਹਿ ਲਟਕਨ ਤੇ, ਕਦੇ ਕਦਾਈ ਕਦੇ ਮੌਜ ਦੇ ਵਿੱਚ ਆ ਗਏ ਤਾਂ ਉਹਨਾਂ ਨੇ ਦੋ ਪਾਸੇ ਜਿਹੜੇ ਹਨ ਪੈਰਾਂ ਨੂੰ ਪਾ ਕਰਕੇ ਕਾਠੀ ਦੇ ਉੱਤੇ ਸਜਣਾ, ਨਹੀਂ ਤਾਂ ਜ਼ਿਆਦਾ ਕਰਕੇ ਇੱਕ ਪਾਸੇ ਇੱਕ ਵੱਲ ਹੀ ਇਹ ਪੈਰਾਂ ਨੂੰ ਲਮਕਾ ਕਰਕੇ ਬਹਿੰਦੇ ਹਨ। ਨਾਹਿ ਤਾਂ ਇੱਕ ਦਿਸ਼ ਚਰਨ ਕਰਨ ਤੇ, ਨਹੀਂ ਤਾਂ ਇੱਕ ਪਾਸੇ ਹੀ ਚਰਨਾਂ ਨੂੰ ਕਰਕੇ ਇਹ ਚੱਲਦੇ ਹਨ। ਵਿਸਮਹਿ ਖਾਨ ਬਾਤ ਸੁਨ ਕਰਕੇ, ਇਹ ਬਾਤ ਇਹ ਬਚਨ ਨੂੰ ਸੁਣ ਕਰਕੇ ਖਾਨ ਬੜਾ ਵਿਸਮਿਤ ਹੋਇਆ। ਪੁਰਮਹਿ ਸੰਸੈ ਰਹਿਓ ਵਿਚਰ ਕੇ, ਲੇਕਿਨ ਮਨ ਦੇ ਵਿੱਚ ਪਿਆਰਿਓ ਸੰਸ਼ਾ ਜਿਹੜਾ ਉਹਦਾ ਰਹਿ ਗਿਆ ਹੈ। ਤਿਨਹੀ ਚੜ੍ਹੇ ਆਏ ਲਉਪੁਰ ਮੈਂ, ਉਸ ਤਰ੍ਹਾਂ ਹੀ ਚੜੇ ਚੜਾਏ ਬਾਬਾ ਜੀ ਨੇ ਚੱਲ ਕਰਕੇ ਰਮਦਾਸ ਤੋਂ ਲਾਹੌਰ ਪਹੁੰਚ ਗਏ। ਡੇਰਾ ਦੀਨਸ ਸੁੰਦਰ ਘਰ ਮੈਂ, ਸੁੰਦਰ ਘਰ ਜਿਹੜਾ ਹੈ ਨਵਾਬ ਦਾ ਬਣਿਆ ਹੋਇਆ ਖਾਨ ਦਾ, ਉੱਥੇ ਉਹਨੇ ਬਾਬਾ ਜੀ ਦਾ ਡੇਰਾ ਕਰਵਾਉਣਾ ਕੀਤਾ। ਸਰਬ ਭਾਂਤ ਕੀ ਸੇਵ ਹਰ ਕਰਾਈ, ਤਰ੍ਹਾਂ ਦੇ ਨਾਜੀ ਦੀ ਸੇਵਾ ਕਰਾਈ ਹੈ। ਲੁਕੀ ਜਿਹੜਾ ਹੈ, ਜਿਹੜਾ ਉਹਨੂੰ ਸੇਵਾ ਕਰਦਾ ਕਾਬੂ ਉਹੀ ਕਰ ਸਕਦਾ, ਦੂਜੇ ਨੂੰ ਲਾਗੇ ਨਹੀਂ ਲੱਗਣ ਦਿੰਦੇ। ਕਈ ਇਹੋ ਜਿਹੇ ਵੀ ਘੋੜੇ ਹੁੰਦੇ ਹਨ ਜੋ ਪਿਆਰਿਓ ਬੜੇ ਅੜੀਅਲ ਕਿਸਮ ਦੇ, ਜੋ ਮਰਜੀ ਉਹ ਆਪਣੇ ਖਾਵੰਦ ਨੂੰ ਵੀ ਕਈ ਵਾਰੀ ਦੰਦੀ ਵੜਦੇ, ਲੱਤਾਂ ਮਾਰਦੇ ਹਨ। ਹਤੇ ਕਸਾ ਬਹੁ ਪੁਸ਼ਤ ਨਿਕਾਰੇ, ਉਹਨੇ ਕੀ ਕਰਨਾ ਕੀਤਾ, ਬਾਬਿਆਂ ਦੀ ਪਰਖ ਕਰਨ ਵਾਸਤੇ ਸੇਵਾਦਾਰਾਂ ਨੂੰ ਕਹਿੰਦਾ ਕਿ ਜਾਓ ਭਾਈ, ਲੱਗਦਾ ਬਾਬਿਆਂ ਦਾ ਘੋੜਾ, ਇਹਨਾਂ ਨੇ ਆਪਣੇ ਘੋੜੇ ਨੂੰ ਤਾਂ ਚੰਗਾ ਟ੍ਰੇਨ ਕਰਨਾ ਕੀਤਾ, ਤੇ ਕਈ ਪਿਆਰਿਓ ਚੰਗੀ ਸਿਖਲਾਈ ਦੇ ਦਿਓ ਤੇ ਜਾਨਵਰ ਉਸ ਤਰ੍ਹਾਂ ਹੀ ਢਲ ਜਾਂਦਾ। ਇਹਨੂੰ ਲੱਗਿਆ ਕਿ ਇਹਦੇ ਵਿੱਚ ਬਾਬਾ ਜੀ ਦੀ ਕੀ ਕਰਾਮਾਤ ਹੈ, ਲੱਗਦਾ ਘੋੜਾ ਜਿਹੜਾ ਹੈ ਉਸ ਤਰ੍ਹਾਂ ਇਹਨਾਂ ਨੇ ਟ੍ਰੇਨ ਕਰਨਾ ਕੀਤਾ, ਤੇ ਉਹਦੇ ਮਨ ਵਿੱਚ ਆਇਆ ਮੈਂ ਅੜਬੰਗ ਘੋੜੀ ਦਵਾਂਗਾ। ਜੇ ਬਾਬਾ ਜੀ ਇਹਦੇ ਉੱਤੇ ਇੱਕ ਪਾਸੇ ਪੈਰਾਂ ਨੂੰ ਲਮਕਾ ਕਰਕੇ ਬਗੈਰ ਲਗਾਮ ਦੇ ਬੈਠਣਗੇ, ਮੈਨੂੰ ਲੱਗੇਗਾ ਕਿ ਇਹ ਬਾਬਾ ਜੀ ਦੀ ਕਰਾਮਾਤ ਹੈ, ਇਹ ਬਾਬਾ ਜੀ ਦੀ ਜ਼ਾਹਰੀ ਕਲਾ ਹੈ ਕਰਕੇ। ਚਰਖੀ ਫਿਰ ਗੇ ਰਹੇ ਅਸਵਾਰ, ਹੁਣ ਕਵੀ ਰਾਜ ਜੀ ਦੱਸਦੇ ਉਹ ਘੋੜੀ ਜਿਹੜੀ ਹੈ, ਘੋੜੇ ਪਿਆਰਿਓ ਬੜੇ ਚਲਾਕ ਹੁੰਦੇ, ਜਿਹੜੇ ਅੜੀਅਲ ਘੋੜੇ ਹੁੰਦੇ ਨਾ, ਜਿਹੜੇ ਘੋੜ ਦੌੜੀ ਕਰਦੇ ਹਨ, ਘੋੜਿਆਂ ਦਾ ਸ਼ੌਂਕ ਰੱਖਦੇ, ਉਹਨਾਂ ਨੂੰ ਪਤਾ ਹੋਵੇਗਾ ਇਹਨਾਂ ਦੇ ਵੀ ਪਿਆਰਿਓ ਬੜੀ ਤਰਕੀਬ ਹੁੰਦੀ ਹੈ। ਘੋੜੇ ਕੀ ਕਰਦੇ ਹਨ, ਤੇ ਜਿਹੜੇ ਅੜੀਅਲ ਜੇ ਘੋੜੇ ਹੁੰਦੇ, ਕੋਈ ਬੰਦਾ ਉਹਦੇ ਤੇ ਸਵਾਰੀ ਕਰ ਲਵੇ, ਉਹਨੂੰ ਗਿਰਾਉਣਾ ਹੋਵੇ ਤੇ ਪਿਆਰਿਓ ਉਹ ਗੋਲ ਗੋਲ ਭੱਜੀ ਜਾਣਾ, ਐ ਤੇੜੇ ਤੇੜੇ ਇੱਕ ਪਾਸੇ ਜਿਹੜਾ ਹੈ ਬੈਲੈਂਸ ਕਰਕੇ ਉਹ ਭੱਜਦੇ ਹਨ, ਜਿਹਦੇ ਨਾਲ ਜਿਹੜਾ ਘੋੜ ਸਵਾਰ ਜਿਹੜਾ ਹੈ ਉਹ ਧਰਤੀ ਤੇ ਗਿਰ ਜਾਵੇ। ਫਾਂਦਤ ਬਕਰ ਨਾ ਦੇਹ ਸੰਭਾਰ, ਫਿਰ ਜਦੋਂ ਫਾਂਦਣਾ ਹੈ, ਕਿੱਥੇ ਵੀ ਜਾ ਕਰਕੇ ਛਲਾਂਗ ਲਾਉਣੀ ਹੈ, ਭੱਜਦੇ ਭੱਜਦੇ ਜਿਹੜਾ ਇੱਕਦਮ ਛਲਾਂਗ ਲਾ ਕਰਕੇ ਇੱਕਦਮ ਰੁਕ ਜਾਣਾ, ਤੇ ਇਸ ਤਰ੍ਹਾਂ ਦੀ ਵੀ ਪਿਆਰਿਓ ਚਾਲ ਹੁੰਦੀ ਹੈ। ਕਈ ਵਾਰੀ ਘੋੜਾ ਕੀ ਕਰਦਾ, ਛਾਲ ਲਾ ਕਰਕੇ ਜਦੋਂ ਭੱਜ ਜਾਂਦਾ ਤਾਂ ਫਿਰ ਪਿਆਰਿਓ ਜਿਹੜਾ ਘੋੜ ਸਵਾਰ ਹੈ ਉਹਦਾ ਬੈਲੈਂਸ ਬਣਿਆ ਹੋਇਆ ਰਹਿੰਦਾ, ਕਿਉਂਕਿ ਬੈਲੈਂਸ ਵਿਗੜ ਜਾਵੇ, ਘੋੜਾ ਅੱਗੇ ਨਿਕਲ ਜਾਂਦਾ, ਫਿਰ ਉਹ ਆਪਣੇ ਆਪ ਨੂੰ ਸਾਂਭ ਲੈਂਦਾ। ਤੇ ਕਈ ਘੋੜੇ ਬੜੇ ਚਲਾਕ ਹੁੰਦੇ ਨਾ, ਅੜੀਅਲ ਜੇ, ਉਹ ਛਲਾਂਗ ਲਾ ਕਰਕੇ ਇੱਕਦਮ ਖੜ ਜਾਂਦੇ ਹਨ। ਇਹਦੇ ਨਾਲ ਕੀ ਹੁੰਦਾ, ਘੋੜ ਸਵਾਰ ਅਗਲੇ ਪਾਸੇ ਆ ਕਰਕੇ ਉਹਦੇ ਅਗਲੇ ਪੈਰਾਂ ਦੇ ਵੱਲ ਗਿਰ ਜਾਂਦਾ। ਭਾਜ ਚਲਹਿ ਤਬ ਅਟਕਹਿ ਨਾਹੀ, ਜਦੋਂ ਇਹ ਘੋੜੀ, ਉਹ ਘੋੜੀ ਦੇ ਬਾਬਤ ਕਵੀ ਰਾਜ ਜੀ ਦੱਸਦੇ ਇਹੋ ਜੀ ਅੜਬੰਗ ਸੀ, ਜਦੋਂ ਭੱਜਦੀ ਨਾ, ਇੱਕ ਵਾਰੀ ਰਫ਼ਤਾਰ ਫੜ ਲਵੇ, ਭਾਵੇਂ ਜੋ ਮਰਜੀ ਕਰ ਲਿਓ, ਜਿੰਨਾ ਮਰਜੀ ਲਗਾਮ ਖਿੱਚ ਲਿਓ, ਭਾਵੇਂ ਉਹਦੇ ਕੇਸਾਂ ਨੂੰ ਖਿੱਚ ਲਿਓ, ਜੋ ਮਰਜੀ ਯਤਨ ਕਰੋ, ਉਹ ਰੁਕਦੀ ਨਹੀਂ ਸੀ। ਕਈ ਵਾਰੀ ਪਿਆਰਿਓ ਘੋੜੇ
ਜਦੋਂ ਆਪਣੀ ਪੂਰੀ ਰਫ਼ਤਾਰ ਦੇ ਵਿੱਚ ਆ ਜਾਂਦੇ ਨਾ, ਉਹ ਕਿਹਦੇ ਪਿਓ ਨੂੰ ਨਹੀਂ ਰੁਕਦੇ ਹਨ, ਭਾਵੇਂ ਜੋ ਮਰਜ਼ੀ ਆਏ ਉਹਦੇ ਉੱਤੇ ਜਾ ਕਰਕੇ ਵੱਜ ਜਾਂਦੇ। ਅਸੀਂ ਪਿਆਰਿਓ, ਅਸੀਂ ਆਪ ਕਈ ਵਾਰੀ ਇਸ ਤਰ੍ਹਾਂ ਵੇਖਿਆ, ਜਦੋਂ ਖਾਸ ਕਰਕੇ ਦੁਸਹਿਰੇ ਦੇ ਪੁਰਬ ਦੇ ਉੱਤੇ ਨਿਹੰਗ ਸਿੰਘ ਮਹਾਂਪੁਰਖ ਜਥੇਬੰਦੀਆਂ ਵੱਲੋਂ ਘੋੜੇ ਆਉਂਦੇ ਹਨ। ਪਹਿਲੇ ਪਿਆਰਿਓ ਇੱਥੇ ਮਲਟੀਪਰਪਸ ਦੇ ਵਿੱਚ ਹੀ ਇੱਥੇ ਉਹ ਦੌੜ ਕਰਾਈ ਜਾਂਦੀ ਸੀ। ਸਾਡੇ ਬਚਪਨ ਦੇ ਵਿੱਚ ਵੇਖਿਆ ਕਈ ਵਾਰੀ ਘੋੜਿਆਂ ਨੇ ਭੱਜਣਾ, ਤੇ ਜਦੋਂ ਕਾਬੂ ਤੋਂ ਬਾਹਰ ਹੋ ਜਾਂਦੇ ਤੇ ਪਿਆਰਿਓ 2-3 ਘੋੜੇ ਉੱਥੇ ਮਰ ਗਏ ਸਨ। ਉਹਨਾਂ ਨੇ ਰੁਕਣਾ ਹੀ ਨਹੀਂ, ਸਿੱਧਾ ਭੱਜ ਕਰਕੇ ਤਾਂ ਸਿੱਧਾ ਕੰਧ ਨੂੰ ਜਾ ਕਰਕੇ ਵੱਜ ਜਾਂਦੇ। ਕਈ ਵਾਰੀ ਘੋੜਾ ਜਿਹੜਾ ਹੈ ਜਦੋਂ ਤਰਬਕ ਜਾਵੇ ਤਾਂ ਫਿਰ ਭੱਜਦੇ ਭੱਜਦੇ ਗੱਡੀਆਂ ਤੇ ਵੀ ਚੜ ਜਾਂਦਾ। ਸਾਲ 2 ਪਹਿਲਾਂ ਦੀ ਗੱਲ ਹੈ, ਇੱਥੇ ਪੁਲ ਦੇ ਉੱਤੇ ਘੋੜਾ ਲੈ ਕੇ ਆ ਰਹੇ ਸਨ, ਇੱਕਦਮ ਘੋੜਾ ਤਰਬਕ ਗਿਆ ਤੇ ਤਰਬਕ ਕਰਕੇ ਇਸ ਤਰ੍ਹਾਂ ਉਹਨੇ ਪੁਲ ਦੇ ਉੱਤੇ ਦੌੜ ਲਾਈ, ਕਿਉਂਕਿ ਡਰ ਗਿਆ ਸੀ ਉਹ ਪਾਣੀ ਨੂੰ ਵੇਖ ਕਰਕੇ। ਭੱਜ ਕਰਕੇ ਗੱਡੀ ਦੇ ਉੱਤੇ ਹੀ ਚੜ ਗਿਆ, ਸਿੱਧਾ ਜਾ ਕਰਕੇ ਗੱਡੀ ਤੇ ਵੱਜਿਆ, ਉੱਥੇ ਘੋੜਾ ਵੀ ਮਰ ਗਿਆ ਤੇ ਘੋੜਸਵਾਰ ਵੀ ਬਹੁਤ ਜ਼ਿਆਦਾ ਜ਼ਖਮੀ ਹੋਇਆ। ਕਹਿਣ ਦਾ ਭਾਵ ਕਿ ਕਈ ਇਹੋ ਜਿਹੇ ਘੋੜੇ ਹੁੰਦੇ ਤੇ ਜਦੋਂ ਪਿਆਰਿਓ ਉਹ ਆਪਣੀ ਰਫ਼ਤਾਰ ਦੇ ਵਿੱਚ ਆ ਜਾਣ ਤੇ ਫਿਰ ਜੋ ਮਰਜ਼ੀ ਕਰੋ ਰੁਕਦੇ ਨਹੀਂ। ਮੋਹਤਾਣੀ ਬਹੁ ਐਬਨ ਮਾਹੀ, ਤੇ ਮੋਹਤਾਣੀ ਦਾ ਭਾਵ ਹੁੰਦਾ ਹੈ ਘੋੜੇ ਜਿਹੜੇ ਚਲਾਉਣ ਵਾਲੇ, ਉਹਨਾਂ ਨੂੰ ਪਤਾ ਹੁੰਦਾ ਮੋਹਤਾਣੀ ਉਹਨੂੰ ਬੋਲਦੇ। ਤੇ ਮੋਹਤਾਣੀ ਦਾ ਕੀ ਹੁੰਦਾ, ਘੋੜਾ ਚੱਲਦਾ ਚੱਲਦਾ ਫਿਰ ਉਹ ਕੀ ਕਰਦਾ, ਘੋੜ ਸਵਾਰ ਦੀਆਂ ਪੈਰਾਂ ਨੂੰ ਫਿਰ ਦੰਦੀ ਵੜ ਜਾਂਦਾ, ਜਾਂ ਇੱਕਦਮ ਭੱਜਦੇ ਭੱਜਦੇ ਘੋੜਾ ਜਿਹੜਾ ਹੈ ਇੱਕਦਮ ਨੀਵੀਂ ਪਾ ਦਿੰਦਾ ਤੇ ਭੱਜਦੇ ਭੱਜਦੇ ਪੂਰੀ ਰਫ਼ਤਾਰ ਦੇ ਵਿੱਚ ਆ ਕਰਕੇ ਇੱਕਦਮ ਘੋੜਾ ਜਿਹੜਾ ਨੀਵੀਂ ਪੂਰੀ ਪਾ ਦਿੰਦਾ ਤੇ ਘੋੜਸਵਾਰ ਜਿਹੜਾ ਅੱਗੇ ਨੂੰ ਹੋ ਜਾਂਦਾ ਰਫ਼ਤਾਰ ਦੇ ਨਾਲ, ਤੇ ਫਿਰ ਅਗਲੇ ਪਾਸੇ ਉਹ ਗਿਰ ਜਾਂਦਾ। ਤੇ ਕਈ ਵਾਰੀ ਟੇੜੇ ਟੇੜੇ ਭੱਜ ਕਰਕੇ ਕਈ ਵਾਰੀ ਘੋੜਾ ਜਿਹੜਾ ਸੀੜੀ ਲੈ ਲੈਂਦਾ ਤੇ ਉਹ ਪਿਛਲੇ ਪਾਸੇ ਘੋੜਸਵਾਰ ਗਿਰ ਜਾਂਦਾ। ਇਸ ਤਰ੍ਹਾਂ ਇਹ ਬੜੀ ਅੜਬੰਗ ਘੋੜੀ ਸੀ। ਜਿਹੜਾ ਵੀ ਉਹਦੇ ਉੱਤੇ ਚੜਦਾ ਇਹ ਤਰੀਕੇ ਵਰਤ ਕਰਕੇ ਆਪਣੇ ਜਿਹੜੇ ਸਵਾਰ ਨੂੰ ਗਿਰਾ ਦਿੰਦੀ ਸੀ। ਖਾਨ ਤੁਰੰਗਨ ਸੂ ਮੰਗਵਾਈ, ਇਹ ਘੋੜੀ ਦੇ ਉੱਤੇ ਪਿਆਰਿਓ ਕੋਈ ਸਵਾਰੀ ਨਹੀਂ ਕਰਦਾ, ਸਾਰੇ ਡਰਦੇ ਸਨ ਕਿ ਭਾਈ ਘੋੜੀ ਬੜੀ ਅੜਬੰਗ ਹੈ, ਜਿਹੜਾ ਵੀ ਚੜੇਗਾ ਨਾ ਘੋੜੀ ਨੇ ਇਹਨੂੰ ਗਿਰਾ ਦੇਣਾ। ਹੁਣ ਖਾਨ ਦੇ ਮਨ ਵਿੱਚ ਆਇਆ ਕਿ ਆ ਅੜਬੰਗ ਘੋੜੀ, ਜੇ ਇਹਦੇ ਉੱਤੇ ਬਾਬਾ ਜੀ ਸਵਾਰੀ ਕਰਨਾ, ਤੇ ਇਹਦੇ ਮਨ ਵਿੱਚ ਤਾਂ ਆਇਆ 2 ਪੈਰ ਇੱਕ ਪਾਸੇ ਨਹੀਂ, ਜੇ ਬਾਬਾ ਜੀ ਲਗਾਮ ਵੀ ਪਾ ਲੈਣਗੇ ਕੋਈ ਗੱਲ ਨਹੀਂ ਹੈ, ਦੋਵੇਂ ਪਾਸੇ ਪੈਰ ਵੀ ਪਾ ਕਰਕੇ ਬੈਠ ਜਾਣਗੇ ਕੋਈ ਗੱਲ ਨਹੀਂ ਹੈ, ਲੇਕਿਨ ਇਹਦੇ ਉੱਤੇ ਚੜ ਗਏ ਤਾਂ ਮੈਨੂੰ ਲੱਗੇਗਾ ਕਿ ਬਾਬਾ ਜੀ ਦੇ ਅੰਦਰ ਕੋਈ ਕਲਾ ਹੈ, ਕੋਈ ਸ਼ਕਤੀ ਹੈ। ਅਰਪੀ ਰਾਮ ਕੁਵੇਰ ਕਹਤਾ, ਚੰਗੀ ਨਸਲ ਦੀ ਉਹ ਘੋੜੀ, ਬੜੀ ਅੜਬੰਗ ਦੀ ਕਿਸਮ ਦੀ, ਉਹ ਲਿਆ ਕਰਕੇ ਉਹਨੇ ਬਾਬਾ ਰਾਮ ਕੁਵੇਰ ਜੀ ਨੂੰ ਭੇਟ ਕਰਨਾ ਕੀਤਾ। ਤੇ ਪਿਆਰਿਓ ਹੁਣ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਹੁਣ ਭੇਟ ਕਰਕੇ ਕੀ ਬਾਬਾ ਜੀ ਨੂੰ ਬੇਨਤੀ ਕਰਦਾ, ਉਹ ਪ੍ਰਸੰਗ ਪਿਆਰਿਓ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸੁਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ, ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, हे ठाकुर हूँ दासरो, मैं निर्गुण गुण नहीं कोए, नानक दीजै नाम दान, राखों हियै परोए, आए प्रभ शरणागति, कृपा निध दयाल, एक अखर हर मन बसत, नानक होत निहाल, वाहिगुरु नाम जहाज है, चढ़े सो उतरै पार, जो शरधा कर सेवंदे, गुर पार उतारण हार, कथा निता व्रत होत है, सुनहो सो सिंह सुजान,
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਚੋਜੀ ਪਿਆਰੇ ਗੋਬਿੰਦ ਸਿੰਘ ਜੀ ਚੋਜੀ ਪਿਆਰੇ ਗੋਬਿੰਦ ਸਿੰਘ ਜੀ ਵਾਹੋ ਵਾਹੋ 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 ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋਨੀ